ਹਾਲੇਲੂਇਆ। ਪਰਮੇਸ਼ਵਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਵੇ। ਆਓ ਅਸੀਂ ਕੱਢਾਂਗੇ ਯਾਕੂਬ ਦੀ ਪੱਤਰੀ, ਯਾਕੂਬ ਦੀ ਪੱਤਰੀ 5:13 ਕੱਢਾਂਗੇ। ਯਾਕੂਬ ਦੀ ਪੱਤਰੀ 5:13। ਕੀ ਤੁਹਾਡੇ ਵਿੱਚ ਕੋਈ ਦੁਖੀ ਹੈ ਤਾਂ ਪ੍ਰਾਰਥਨਾ ਕਰੇ, ਕੋਈ ਆਨੰਦ ਹੈ ਤਾਂ ਭਜਨ ਗਾਵੇ। ਕੀ ਤੁਹਾਡੇ ਵਿੱਚ ਕੋਈ ਮੰਦਾ ਹੈ ਤਾਂ ਕਲੀਸਿਆ ਦੇ ਬਜ਼ੁਰਗਾਂ ਨੂੰ ਸੱਦ ਕੇ ਘੱਲੇ ਅਤੇ ਉਹ ਪ੍ਰਭੂ ਦਾ ਨਾਮ ਲੈ ਕੇ ਉਸ ਨੂੰ ਤੇਲ ਚਸਣ ਅਤੇ ਉਸ ਦੇ ਲਈ ਪ੍ਰਾਰਥਨਾ ਕਰਨ। ਅਤੇ ਪ੍ਰਾਰਥਨਾ ਜਿਹੜੀ ਨਿਸ਼ਚਾ ਨਾਲ ਹੋਵੇ ਉਹ ਬਿਮਾਰ ਨੂੰ ਬਚਾਵੇਗੀ ਅਤੇ ਪ੍ਰਭੂ ਉਸ ਨੂੰ ਉਠਾ ਖੜਾ ਕਰੇਗਾ। ਅਤੇ ਜੇ ਉਸਨੇ ਪਾਪ ਕੀਤੇ ਹੋਣ ਤਾਂ ਉਹ ਪਾਪ ਮਾਫ ਕੀਤੇ ਜਾਣਗੇ। ਇਸ ਲਈ ਤੁਸੀਂ ਆਪੋ ਵਿੱਚ ਆਪਣੀਆਂ ਪਾਪਾਂ ਦਾ ਇਕਰਾਰ ਕਰੋ ਅਤੇ ਇੱਕ ਦੂਜੇ ਲਈ ਪ੍ਰਾਰਥਨਾ ਕਰੋ ਭਈ ਤੁਸੀਂ ਨਰੋਏ ਹੋ ਜਾਓ। ਧਰਮੀ ਪੁਰਖ ਦੀ ਬੇਨਤੀ ਤੋਂ ਬਹੁਤ ਅਸਰ ਹੁੰਦਾ ਹੈ। ਏਲੀਆ ਸਾਡੇ ਵਰਗਾ ਦੁੱਖ ਸੁੱਖ ਭੋਗਣ ਵਾਲਾ ਮਨੁੱਖ ਸੀ ਅਤੇ ਉਸਨੇ ਤਨੋ ਮਨੋ ਪ੍ਰਾਰਥਨਾ ਕੀਤੀ ਭਈ ਵਰਖਾ ਨਾ ਹੋਵੇ ਤਾਂ 3.5 ਵਰਿਆਂ ਤੱਕ ਉਹ ਧਰਤੀ ਉੱਤੇ ਵਰਖਾ ਨਾ ਹੋਈ। ਅਤੇ ਉਸਨੇ ਫਿਰ ਪ੍ਰਾਰਥਨਾ ਕੀਤੀ ਅਤੇ ਆਕਾਸ਼ ਨੇ ਵਰਖਾ ਕੀਤੀ ਅਤੇ ਧਰਤੀ ਨੇ ਆਪਣੇ ਫਲ ਉਗਾਏ। ਆਓ ਪੜੇ ਹੋਏ ਵਚਨ ਦੇ ਲਈ ਪ੍ਰਾਰਥਨਾ ਕਰਦੇ ਹਾਂ। ਹਾਲੇਲੂਇਆ। ਧੰਨਵਾਦ ਕਰਦਾ ਪ੍ਰਭੂ ਯਿਸੂ ਮਸੀਹ, ਜਿੰਦਾ ਜਲਾਲੀ ਸਾਮਰਥੀ ਖੁਦਾ। ਪ੍ਰਭੂ ਯਿਸੂ ਮਸੀਹ ਕੋਈ ਹੋਰ ਨਹੀਂ ਹੈ ਮੇਰੇ ਮਹਾਨ ਪਿਤਾ, ਜਿਹਦੀ ਅਸੀਂ ਮਹਿਮਾ ਉਪਾਸਨਾ ਆਰਾਧਨਾ ਕਰ ਸਕਦੇ ਹਾਂ, ਕਿਉਂਕਿ ਪ੍ਰਭੂ ਜੀ ਆਕਾਸ਼ ਤੇ ਮੇਰੇ ਮਹਾਨ ਪਿਤਾ ਧਰਤੀ ਦੇ ਵਿੱਚ ਖੁਦਾਵੰਦਾ ਇੱਕੋ ਹੀ ਨਾਮ ਦਿੱਤਾ ਗਿਆ ਹੈ, ਜਿਹਦੇ ਨਾਮ ਦੇ ਵਿੱਚ ਸ਼ਾਂਤੀ ਹੈ, ਚੰਗਿਆਈ ਹੈ, ਆਨੰਦ ਹੈ। ਤੇ ਪ੍ਰਭੂ ਯਿਸੂ ਮਸੀਹ ਖੁਦਾਵੰਦ ਇਹ ਆਨੰਦ ਸ਼ਾਂਤੀ ਤੋਂ ਆਪਣੇ ਲੋਕਾਂ ਨੂੰ ਦਿੱਤੀ ਹੈ। ਪ੍ਰਭੂ ਜੀ ਤੇਰਾ ਵਚਨ ਦੱਸਦਾ ਹੈ ਜਦੋਂ ਕੋਈ ਬਿਮਾਰ ਹੋਵੇ ਤਾਂ ਤੇਰੇ ਸੰਤ ਲੋਕ ਪ੍ਰਾਰਥਨਾ ਕਰਨ ਤੇ ਉਹਨਾਂ ਦੀ ਪ੍ਰਾਰਥਨਾ ਦੇ ਨਾਲ ਬਿਮਾਰ ਬਚਾਏ ਜਾਂਦੇ ਹਨ। ਪ੍ਰਭੂ ਜੀ ਤੇ ਮੇਰੇ ਮਹਾਨ ਪਿਤਾ ਪ੍ਰਭੂ ਜੀ ਮੈਂ ਅੱਜ ਪ੍ਰਾਰਥਨਾ ਕਰਦਾ ਪ੍ਰਭੂ ਜੀ ਤੇਰਾ ਸੇਵਕ ਤੇਰਾ ਦਾਸ ਹੋਣ ਦੇ ਨਾਤੇ ਪ੍ਰਭੂ ਜੀ ਜਿੰਨੇ ਬਿਮਾਰ ਪਰੇਸ਼ਾਨ ਮਨ ਦੇ ਸਥਾਨ ਦੇ ਵਿੱਚ ਬੈਠੇ ਹਨ ਯਿਸੂ ਮਸੀਹ, ਜਦੋਂ ਵਚਨ ਸੁਣਨ ਤੇ ਵਚਨ ਉਹਨਾਂ ਦੇ ਅੰਦਰ ਜਾਵੇ ਤੇ ਸਾਰੀ ਬਿਮਾਰੀ ਨੂੰ ਜੜੋਂ ਬਾਹਰ ਕੱਢ ਦੇਵੇ ਖੁਦਾਵੰਦਾ, ਕਿਉਂਕਿ ਤੇਰਾ ਵਚਨ ਇਹ ਹੈ ਖੁਦਾਵੰਦ ਜੋ ਬਿਮਾਰਾਂ ਨੂੰ ਸ਼ਿਫਾ ਦਿੰਦਾ ਹੈ। ਪ੍ਰਭੂ ਜੀ ਹਰੇਕ ਤੇ ਦਇਆ ਕਰ। ਮੈਂ ਸਾਰੇ ਭੈਣ ਭਾਈਆਂ ਨੂੰ ਤੇਰੇ ਪਵਿੱਤਰ ਲਹੂ ਦੇ ਵਿੱਚ ਸੀਲ ਕਰ ਦਿੰਦਾ ਤੇ तमाम ਸ਼ੈਤਾਨ ਦੀ ਸ਼ਕਤੀਆਂ ਨੂੰ ਆਦੇਸ਼ ਕਰਦਾ ਹੁਣੇ ਇਸੇ ਵਕਤ ਇਹਨਾਂ ਦੇ ਸ਼ਰੀਰਾਂ ਵਿੱਚੋਂ ਬਾਹਰ ਹੋ ਜਾਵੇ। ਤੂੰ ਦਇਆ ਕਰ ਪ੍ਰਭੂ ਯਿਸੂ ਮਸੀਹ। ਅੱਜ ਦਾ ਵਚਨ ਮੇਰੇ ਮਹਾਨ ਪਿਤਾ ਇਹਨਾਂ ਦੇ ਜੀਵਨਾਂ ਨੂੰ ਬਦਲ ਦੇਵੇ, ਮੇਰੇ ਮਹਾਨ ਪਿਤਾ ਇਹਨਾਂ ਦੇ ਸੋਚਾਂ ਵਿਚਾਰਾਂ ਨੂੰ ਬਦਲ ਦੇਵੇ। ਦਇਆ ਕਰ, ਕਿਰਪਾ ਕਰ। ਤੇਰਾ ਧੰਨਵਾਦ ਕਰਦਾ ਪ੍ਰਭੂ ਜੀ ਤੂੰ ਸਾਡੇ ਲਈ ਇੱਕ ਨਬੀ ਭੇਜਿਆ ਜਿਨੇ ਪ੍ਰਭੂ ਜੀ ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਖੋਲੀ ਤੇ ਤੇਰੇ ਵਚਨਾਂ ਦੀ ਸਮਝ ਦੇ ਨਾਲ ਪ੍ਰਭੂ ਜੀ ਅੱਜ ਅਸੀਂ ਸਭ ਤੇਰੀ ਉਪਾਸਨਾ ਕਰ ਰਹੇ ਹਾਂ, ਕਿਉਂਕਿ ਪ੍ਰਭੂ ਜੀ ਤੇਰੀ ਉਪਾਸਨਾ ਵੀ ਪ੍ਰਭੂ ਜੀ ਬਿਨਾਂ ਸਮਝ ਤੋਂ ਨਹੀਂ ਹੋ ਸਕਦੀ। ਜਦੋਂ ਪ੍ਰਭੂ ਜੀ ਸਮਝ ਦੇ ਨਾਲ ਕੋਈ ਤੇਰੀ ਉਪਾਸਨਾ ਕਰਦਾ ਹੈ ਤੇ ਪ੍ਰਭੂ ਜੀ ਤੂੰ ਉਸ ਪ੍ਰਾਰਥਨਾ ਨੂੰ ਸੁਣਦਾ ਹੈ। ਪ੍ਰਭੂ ਜੀ ਤੇ ਮੇਰੇ ਮਹਾਨ ਪਿਤਾ ਮੈਂ ਵਿਸ਼ਵਾਸ ਕਰਦਾ ਤੂੰ ਇਸ ਸਥਾਨ ਦੇ ਵਿੱਚ ਮੌਜੂਦ ਹੈ ਖੁਦਾਵੰਦਾ। ਸਾਡੀ ਪ੍ਰਾਰਥਨਾਵਾਂ ਨੂੰ ਸੁਣ, ਕਬੂਲ ਕਰ ਪ੍ਰਭੂ ਜੀ। ਤੇ ਪ੍ਰਭੂ ਜੀ ਅੱਜ ਦੇ ਜਿੰਨੇ ਭੈਣ ਭਾਈ ਸਥਾਨ 'ਚ ਆਏ ਹਨ ਉਹ ਵਚਨ ਨੂੰ ਗ੍ਰਹਿਣ ਕਰਨ ਤੇ ਉਹਨਾਂ ਦੇ ਜੀਵਨ ਦੇ ਵਿੱਚ ਪ੍ਰਭੂ ਜੀ ਮੇਰੇ ਮਹਾਨ ਪਿਤਾ ਉਧਾਰ ਆਵੇ, ਸ਼ਿਫਾ ਆਵੇ ਖੁਦਾਵੰਦ। ਪ੍ਰਭੂ ਜੀ ਬਰਕਤਾਂ ਸਾਰਾ ਆਦਰ ਜਲਾਲ ਮਹਿਮਾ ਪ੍ਰਭੂ ਯਿਸੂ ਮਸੀਹ ਦੇ ਨਾਮ ਦਿੰਦਾ ਆਮੀਨ। ਹਾਲੇਲੂਇਆ। ਪਰਮੇਸ਼ਵਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਵੇ। ਅਸੀਂ ਵਚਨ 'ਚ ਪੜਿਆ ਆ, ਬਾਈਬਲ ਕੀ ਬਿਆਨ ਕਰਦੀ ਆ, ਤੁਹਾਡੇ ਵਿੱਚ ਕੋਈ ਦੁਖੀ ਹੋਏ ਤਾਂ ਪ੍ਰਾਰਥਨਾ ਕਰੇ, ਕੋਈ ਆਨੰਦ ਹੈ ਤਾਂ ਭਜਨ ਗਾਵੇ। ਫਿਰ ਬਾਈਬਲ ਇਹ ਵੀ ਬਿਆਨ ਕਰਦੀ ਆ ਅਤੇ ਪ੍ਰਾਰਥਨਾ ਜਿਹੜੀ ਨਿਸ਼ਚਾ ਨਾਲ ਹੋਵੇ ਉਹ ਕਿਹਨੂੰ ਬਚਾਉਂਦੀ ਆ? ਇੱਕ ਬਿਮਾਰ ਨੂੰ ਬਚਾਉਂਦੀ ਆ। ਕਹਿੰਦਾ ਜੇ ਕਿਸ ਨੇ ਪਾਪ ਵੀ ਕੀਤੇ ਹੋਣ ਆਪਣੇ ਜੀਵਨ ਦੇ ਵਿੱਚ, ਜੇਕਰ ਤੁਹਾਡੇ ਜੀਵਨ 'ਚ ਕੋਈ ਪਾਪ ਵੀ ਹੋ ਗਏ ਹੋਣ ਤੇ ਅੱਜ ਹੀ ਆਪਣੇ ਪਾਪਾਂ ਤੋਂ ਗੁਨਾਹਾਂ ਤੋਂ ਫਿਰੋ ਤੇ ਕਹੋ ਪ੍ਰਭੂ ਯਿਸੂ ਮਸੀਹ ਦੇ ਜਾਣੇ ਅਣਜਾਣੇ 'ਚ ਵੀ ਮੈਂ ਕੋਈ ਪਾਪ ਜਾਂ ਗੁਨਾਹ ਕੀਤਾ ਆ ਤੇ ਉਸ ਨੂੰ ਮਾਫ ਕਰ, ਕਿਉਂਕਿ ਬਾਈਬਲ ਬਿਆਨ ਕਰਦੀ ਆ ਅਤੇ ਜੇ ਪਾਪ ਕੀਤੇ ਹੋਣ ਤਾਂ ਉਹ ਮਾਫ ਕੀਤੇ ਜਾਣਗੇ। ਕਿਉਂਕਿ ਮਾਫੀ ਕੌਣ ਦੇ ਸਕਦਾ? ਕੋਈ ਮਨੁੱਖ ਕਿਸ ਨੂੰ ਮਾਫ ਨਹੀਂ ਕਰ ਸਕਦਾ, ਲੇਕਿਨ ਮਾਫ ਕੌਣ ਕਰਦਾ ਆ? ਖੁਦਾ ਦਾ ਆਤਮਾ। ਜਦੋਂ ਖੁਦਾ ਦਾ ਆਤਮਾ ਕਿਸੇ ਮਨੁੱਖ ਦੇ ਅੰਦਰ ਆ ਜਾਂਦਾ ਆ ਤੇ ਆਪਣੇ ਸੁਭਾਅ ਦੇ ਵਿੱਚ ਉਹਨੂੰ ਢਾਲ ਦਿੰਦਾ ਆ। ਤੁਹਾਨੂੰ ਪਤਾ ਮਨੁੱਖ ਦਾ ਜਿਹੜਾ ਚਰਿੱਤਰ ਕਿੱਦਾਂ ਦਾ ਹੁੰਦਾ ਹੈ? ਸਭ ਮਨੁੱਖ ਸਵਾਰਥੀ ਹੁੰਦੇ ਆ, ਲੇਕਿਨ ਜਦੋਂ ਧਰਤੀ ਤੇ ਯਿਸੂ ਮਸੀਹ ਆਇਆ ਉਹਨੇ ਕੋਈ ਸਵਾਰਥ ਨਹੀਂ ਦੇਖਿਆ। ਪ੍ਰਭੂ ਯਿਸੂ ਮਸੀਹ ਨੇ ਕੀ ਕੀਤਾ? ਨਿਸਵਾਰਥ ਉਹਨੇ ਲੋਕਾਂ ਦੀ ਸੇਵਾ ਕੀਤੀ। ਉਹਨੇ ਕਿਸ ਨੂੰ ਕੁਛ ਨਹੀਂ ਕਿਹਾ, ਉਹਨੇ ਇਹੀ ਕਿਹਾ ਕੇਵਲ ਵਿਸ਼ਵਾਸ ਕਰੋ ਸਭ ਕੁਝ ਸੰਭਵ ਆ। ਯਿਸੂ ਮਸੀਹ ਦੇ ਕੋਲ ਲੰਗੜੇ ਆਏ, ਲੂਲੇ ਆਏ, ਅੰਨੇ ਆਏ। ਯਿਸੂ ਮਸੀਹ ਦੇ ਕੋਲ ਪਾਪੀ ਲੋਕ ਵੀ ਆਏ, ਵਿਆਜੀਏ ਵੀ ਆਏ, ਲੇਕਿਨ ਉਹਨੇ ਸਾਰਿਆਂ ਤੇ ਕੀ ਕੀਤੀ? ਦਇਆ ਕੀਤੀ। ਜਦੋਂ ਉਹਨਾਂ ਲੋਕਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਕੀਤਾ ਤੇ ਕਿਹਾ ਪ੍ਰਭੂ ਜੀ ਅੱਜ ਤੋਂ ਬਾਅਦ ਅਸੀਂ ਪਾਪ ਨਹੀਂ ਕਰਾਂਗੇ, ਤੇ ਪ੍ਰਭੂ ਨੇ ਕਿਹਾ ਮੇਰੇ ਪਿੱਛੇ ਹੋ ਜਾਓ।
ਜਦੋਂ ਲੋਕ ਪ੍ਰਭੂ ਦੇ ਪਿੱਛੇ ਹੋ ਕੇ ਆਪਣਾ ਜੀਵਨ ਤਿਆਗ ਕੇ ਖੁਦਾਵੰਦ ਤੋਂ ਉਹਨਾਂ ਨੇ ਆਪਣਾ ਮੁਕਤੀਦਾਤਾ ਗ੍ਰਹਿਣ ਕੀਤਾ ਤੇ ਕੀ ਹੋਇਆ, ਪ੍ਰਭੂ ਨੇ ਉਹਨਾਂ ਤੇ ਕਿਰਪਾ ਕੀਤੀ। ਪ੍ਰਭੂ ਯਿਸੂ ਮਸੀਹ ਸਭਨਾਂ ਦਾ ਖੁਦਾ ਆ। ਉਹ ਕਿਸੇ ਨਾਲ ਪੱਖਪਾਤ ਨਹੀਂ ਕਰਦਾ, ਨਾ ਉਹ ਕੋਈ ਅਮੀਰ ਦੇਖਦਾ ਨਾ ਕੋਈ ਗਰੀਬ ਦੇਖਦਾ। ਪ੍ਰਭੂ ਨੂੰ ਪੈਸੇ ਦੇ ਨਾਲ ਮਤਲਬ ਨਹੀਂ ਹੈ, ਨਾ ਖੁਦਾ ਦੇ ਲੋਕਾਂ ਨੂੰ ਪੈਸੇ ਨਾਲ ਮਤਲਬ ਹੁੰਦਾ ਹੈ, ਕਿਉਂਕਿ ਪ੍ਰਭੂ ਨੇ ਕਿਹਾ ਮੁਫਤ ਤੁਹਾਨੂੰ ਦਿੱਤਾ ਗਿਆ ਤੇ ਮੁਫਤ ਹੀ ਤੁਸੀਂ ਦਿਓ। ਕੋਈ ਚੰਗਿਆਈ ਦਾ ਪੈਸਾ ਨਹੀਂ ਹੈ, ਪ੍ਰਾਰਥਨਾ ਦਾ ਕੋਈ ਪੈਸਾ ਨਹੀਂ ਹੈ, ਕਿਉਂਕਿ ਬਾਈਬਲ ਇਸੇ ਤਰ੍ਹਾਂ ਬਿਆਨ ਕਰਦੀ। ਸੋ ਕਹਿੰਦਾ ਨਿਸਵਾਰਥ ਤੁਹਾਡੀ ਭਗਤੀ ਹੋਵੇ। ਕਿੱਦਾਂ ਪਤਾ ਲੱਗੂਗਾ ਵੀ ਇਹ ਖੁਦਾ ਦਾ ਸੇਵਕ ਆ, ਇਹ ਖੁਦਾ ਦੇ ਭੈਣ ਭਾਈ ਆ? ਨਿਸਵਾਰਥ ਭਗਤੀ, ਕੋਈ ਸਵਾਰਥ ਨਹੀਂ ਹੋਣਾ ਚਾਹੀਦਾ ਭਗਤੀ ਦੇ ਵਿੱਚ। ਫਿਰ ਕੀ ਕਰਦਾ ਆ ਖੁਦਾ? ਜੇ ਕੋਈ ਭੈਣ ਭਾਈ ਕਿਸੇ ਬਿਮਾਰ ਵਾਸਤੇ ਵੀ ਪ੍ਰਾਰਥਨਾ ਕਰਦਾ ਤੇ ਪ੍ਰਭੂ ਕੀ ਕਰਦਾ ਆ? ਉਹਨੂੰ ਬਰਕਤਾਂ ਦਿੰਦਾ ਹੈ, ਕਿਉਂਕਿ ਖੁਦਾ ਨੇ ਕਿਹਾ ਮੁਫਤ ਦਿੱਤਾ ਤੇ ਮੁਫਤੀ ਤੁਸੀਂ ਅੱਗੇ ਦਿਓ। ਇਸ ਕਰਕੇ ਬਾਈਬਲ ਬਿਆਨ ਕਰਦੀ ਆ ਵੀ ਜਦੋਂ ਤੁਸੀਂ ਸੰਤਾਂ ਸੇਵਕਾਂ ਦੇ ਕੋਲੋਂ ਪ੍ਰਾਰਥਨਾ ਕਰਾਉਂਦੇ ਹੋ, ਬਜ਼ੁਰਗਾਂ ਦੇ ਕੋਲੋਂ ਪ੍ਰਾਰਥਨਾ ਕਰਾਉਂਦੇ, ਬਜ਼ੁਰਗ ਦਾ ਮਤਲਬ ਹੁੰਦਾ ਆ ਮਸੀਹ ਵਿੱਚ ਬਜ਼ੁਰਗ, ਮਸੀਹ ਦੀ ਸਮਝ ਰੱਖਣ ਵਾਲੇ ਲੋਕ, ਉਹਦੇ ਸੰਤ ਸੇਵਕ। ਜਦੋਂ ਤੁਸੀਂ ਉਹਨਾਂ ਨੂੰ ਬੁਲਾ ਕੇ ਪ੍ਰਾਰਥਨਾ ਕਰਵਾਉਂਦੇ ਹੋ ਤੇ तमाम ਬਿਮਾਰੀ ਦੇ ਗੰਦੇ ਕੀਟਾਣੂ ਖਤਮ ਹੋ ਜਾਂਦੇ ਹਨ, ਕਿਉਂਕਿ ਸਾਡੇ ਯੁੱਗ ਦੇ ਨਬੀ ਬ੍ਰਦਰ ਵਿਲੀਅਮ ਮੈਰਿਨ ਬ੍ਰੈਨਮ ਨੇ ਕਿਹਾ ਆ ਪੂਰੀ ਧਰਤੀ ਕੀਟਾਣੂਆਂ ਦੇ ਨਾਲ ਭਰੀ ਹੋਈ ਆ। ਇਹ ਪੂਰੀ ਧਰਤੀ ਕੀਟਾਣੂਆਂ ਤੇ ਪਾਪ ਦੇ ਨਾਲ ਭਰੀ ਹੋਈ ਆ। ਹੁਣ ਇਹ ਕੀਟਾਣੂਆਂ ਤੋਂ ਕੌਣ ਬਚਾ ਸਕਦਾ? ਇਹ ਸਾਰੇ ਕੀਟਾਣੂ ਕੀ ਆ? ਪਾਪ ਦੇ ਕੀਟਾਣੂ ਆ ਸਾਰੇ। ਜਿੰਨੀਆਂ ਬਿਮਾਰੀਆਂ ਸਭ ਸ਼ੈਤਾਨ ਵੱਲੋਂ ਆ, ਚਾਹੇ ਕੈਂਸਰ ਆ, HIV ਆ, ਕੋਈ ਵੀ ਬਿਮਾਰੀ ਆ, ਸਭ ਸ਼ੈਤਾਨ ਵੱਲੋਂ। ਤੇ ਇਹਨਾਂ ਬਿਮਾਰੀਆਂ ਨੂੰ ਕੌਣ ਖਤਮ ਕਰ ਸਕਦਾ? ਸਿਰਫ ਇੱਕ ਹੈ ਜਿਹਦਾ ਨਾਮ ਪ੍ਰਭੂ ਯਿਸੂ ਮਸੀਹ ਹੈ। ਤੇ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਇੰਨੀ ਸਾਮਰਥ ਆ, ਵੱਡੇ ਤੋਂ ਵੱਡਾ ਦੁਸ਼ਟ ਆਤਮਾ ਵੀ ਹੁਕਮ ਮੰਨਦਾ ਹੈ। ਜੇ ਉਹਨੂੰ ਕਿਹਾ ਜਾਂਦਾ ਨਾ ਵੀ ਯਿਸੂ ਮਸੀਹ ਦੇ ਨਾਮ 'ਚ ਨਿਕਲ, ਤੇ ਉਹਨੂੰ ਜਾਣਾ ਪੈਂਦਾ ਹੈ, ਕਿਉਂਕਿ ਜਿਹੜੀ ਯਿਸੂ ਮਸੀਹ ਦੀ ਅੱਗ ਆ ਉਹ ਇੰਨੀ ਕੁ ਪ੍ਰਭਾਵਸ਼ੀਲ ਆ, ਇੰਨੀ ਕੁ ਉਹਦਾ ਸੇਕ ਆ ਵੀ ਸ਼ੈਤਾਨ ਖੜ ਨਹੀਂ ਸਕਦਾ। ਉਹ ਕਹਿੰਦਾ ਬਸ ਮੈਨੂੰ ਹੁਣ ਜਾਣ ਦਿਓ। ਤੇ ਬਿਮਾਰੀ ਸ਼ੈਤਾਨ ਵੱਲੋਂ ਆ। ਸ਼ੈਤਾਨ ਕੀ ਕਰਦਾ ਆ? ਬਿਮਾਰੀਆਂ ਭੇਜ ਕੇ ਲੋਕਾਂ ਨੂੰ ਤੰਗ ਕਰਦਾ ਆ, ਉਹਨਾਂ ਨੂੰ ਤੰਗ ਕਰਦਾ। ਲੇਕਿਨ ਜੇ ਕੋਈ ਪ੍ਰਭੂ ਦੇ ਕੋਲ ਆ ਜਾਂਦਾ ਆ ਫਿਰ ਉਹਨੂੰ ਡਰਨ ਦੀ ਲੋੜ ਨਹੀਂ ਆ, ਕਿਉਂਕਿ ਪ੍ਰਭੂ ਉਸ ਬਿਮਾਰੀ ਦੇ ਵਿੱਚ ਖੜਾ ਹੋ ਜਾਂਦਾ ਹੈ, ਉਸ ਮਨੁੱਖ ਦੇ ਵਿੱਚ ਤੇ ਉਸ ਬਿਮਾਰੀ ਦੇ ਵਿੱਚ ਯਿਸੂ ਮਸੀਹ ਖੜਾ ਹੋ ਜਾਂਦਾ। ਇਸ ਕਰਕੇ ਕਦੇ ਵੀ ਡਰਨਾ ਨਹੀਂ, ਘਬਰਾਣਾ ਨਹੀਂ, ਹਮੇਸ਼ਾ ਉਹਦੇ ਵਚਨ ਤੇ ਪੱਕਾ ਵਿਸ਼ਵਾਸ ਕਰਨਾ, ਆਪਣੇ ਵਿਸ਼ਵਾਸ ਨੂੰ ਕਮਜ਼ੋਰ ਨਹੀਂ ਕਰਨਾ। ਕਿਉਂਕਿ ਜਦੋਂ ਯਿਸੂ ਮਸੀਹ ਇਸ ਧਰਤੀ ਤੇ ਆਇਆ, ਉਹਨੇ ਲੋਕਾਂ ਨੂੰ ਕਿਹਾ ਜੇ ਤੂੰ ਮੇਰੇ ਤੇ ਵਿਸ਼ਵਾਸ ਕਰੇ ਤੇ ਤੂੰ ਚੰਗਾ ਹੋ ਜਾਵੇਂਗਾ, ਤੂੰ ਚੰਗੀ ਹੋ ਜਾਵੇਂਗੀ। ਗੱਲ ਵਿਸ਼ਵਾਸ ਦੀ ਆ। ਤੁਹਾਡੇ ਅੰਦਰ ਵਿਸ਼ਵਾਸ ਹੋਣਾ ਚਾਹੀਦਾ ਆ। ਕਿਹਦੇ ਉੱਪਰ? ਖੁਦਾ ਦੇ ਵਚਨ ਦੇ ਉੱਪਰ, ਕਿਉਂਕਿ ਬਾਈਬਲ ਬਿਆਨ ਕਰਦੀ ਆ ਵੀ ਜੇ ਕੋਈ ਵਿਸ਼ਵਾਸ ਕਰੇ ਤੇ ਉਹ ਬਚਾਇਆ ਜਾਵੇਗਾ। ਇਸ ਕਰਕੇ ਵਿਸ਼ਵਾਸ ਕਰਨਾ, ਵਿਸ਼ਵਾਸ ਨੂੰ ਕਮਜ਼ੋਰ ਨਹੀਂ ਕਰਨਾ। ਸਾਡੇ ਯੁੱਗ ਦੇ ਨਬੀ ਨੇ ਕਿਹਾ ਕੋਈ ਮਨੁੱਖ ਕਿਸ ਨੂੰ ਚੰਗਾ ਨਹੀਂ ਕਰ ਸਕਦਾ। ਜੇ ਤੁਸੀਂ ਸੋਚੋ ਵੀ ਮੈਂ ਤੁਹਾਨੂੰ ਚੰਗਾ ਕਰ ਸਕਦਾ, ਮੈਂ ਵੀ ਤੁਹਾਨੂੰ ਚੰਗਾ ਨਹੀਂ ਕਰ ਸਕਦਾ। ਕੋਈ ਖੁਦਾ ਦਾ ਸੇਵਕ ਕਿਸ ਨੂੰ ਚੰਗਾ ਨਹੀਂ ਕਰ ਸਕਦਾ। ਬੰਦੇ ਦੇ ਅੰਦਰ ਪਾਵਰ ਨਹੀਂ ਹੁੰਦੀ, ਪਾਵਰ ਕਿਹਦੇ ਅੰਦਰ ਆ? ਸਾਡੇ ਯੁੱਗ ਦੇ ਨਬੀ ਨੇ ਕਿਹਾ ਜਿਹੜੀ ਪਾਵਰ ਆ ਉਹ ਪ੍ਰਭੂ ਯਿਸੂ ਮਸੀਹ ਦੇ ਅੰਦਰ ਆ। ਜੇ ਉਹ ਵਿਸ਼ਵਾਸ ਇੱਕ ਸੇਵਕ ਦੇ ਅੰਦਰ ਹੁੰਦਾ ਤੇ ਉਸ ਵਿਸ਼ਵਾਸ ਦੇ ਦੁਆਰਾ ਸੇਵਕ ਜਦੋਂ ਪ੍ਰਾਰਥਨਾ ਕਰਦਾ ਆ ਤੇ ਉਹ ਕਿਹਦੇ ਤੇ ਵਿਸ਼ਵਾਸ ਕਰਦਾ? ਸੇਵਕ ਪ੍ਰਭੂ ਤੇ। ਤੇ ਜਦੋਂ ਉਸ ਵਿਸ਼ਵਾਸ ਦੇ ਦੁਆਰਾ ਪ੍ਰਾਰਥਨਾ ਕਰਦਾ ਤੇ ਜਿਹੜਾ ਬਿਮਾਰ ਹੁੰਦਾ ਚੰਗਾ ਹੋ ਜਾਂਦਾ। ਲੇਕਿਨ ਜਿਹੜਾ ਬਿਮਾਰ ਹੋਵੇ ਉਸ ਨੂੰ ਵੀ ਵਿਸ਼ਵਾਸ ਹੋਣਾ ਚਾਹੀਦਾ ਹੈ ਵੀ ਖੁਦਾ ਦਾ ਬੰਦਾ ਆ, ਖੁਦਾ ਇਹਦੇ ਅੰਦਰ ਰਹਿੰਦਾ, ਇਹ ਮੈਨੂੰ ਚੰਗਾ ਕਰ ਸਕਦਾ ਹੈ। ਕਿਉਂਕਿ ਚੰਗਾ ਕਰਨ ਵਾਲਾ ਕੋਈ ਮਨੁੱਖ ਨਹੀਂ, ਖੁਦ ਹੋਲੀ ਸਪਿਰਿਟ ਆ, ਪਵਿੱਤਰ ਆਤਮਾ ਹੈ, ਪ੍ਰਭੂ ਯਿਸੂ ਮਸੀਹ ਆ। ਇਹ ਵਚਨ ਹੀ ਪ੍ਰਭੂ ਯਿਸੂ ਮਸੀਹ ਹੈ। ਤੇ ਯਿਸੂ ਮਸੀਹ ਨੇ ਕਿਹਾ, ਇਸ ਵਚਨ ਨੇ ਕਿਹਾ ਜੋ ਕੋਈ ਵਿਸ਼ਵਾਸ ਕਰੇਗਾ ਉਹ ਬਚਾਇਆ ਜਾਵੇਗਾ। ਇਸ ਕਰਕੇ ਖੁਦਾ ਦੇ ਵਚਨ ਤੇ ਵਿਸ਼ਵਾਸ ਕਰਨਾ, ਕਦੇ ਵੀ ਬੇਪ੍ਰਤੀਤੀ ਨਹੀਂ ਕਰਨਾ। ਕਈ ਵਾਰ ਲੋਕ ਬੇਪ੍ਰਤੀਤੀ ਕਰਦੇ ਆ। ਸਾਡੇ ਯੁੱਗ ਦੇ ਨਬੀ ਨੇ ਕਿਹਾ ਤੁਸੀਂ ਬਦਲੇ ਹੋਏ ਨਹੀਂ ਹੋ ਜਦ ਤੱਕ ਤੁਸੀਂ ਪਵਿੱਤਰ ਆਤਮਾ ਨੂੰ ਪ੍ਰਾਪਤ ਨਹੀਂ ਕਰਦੇ ਹੋ। ਹੁਣ ਕਈ ਵਾਰ ਲੋਕ ਮਸੀਹ ਨੂੰ ਗ੍ਰਹਿਣ ਕਰਦੇ ਆ, ਪ੍ਰਭੂ ਯਿਸੂ ਮਸੀਹ ਨੂੰ ਗ੍ਰਹਿਣ ਕਰਦੇ ਆ, ਉਹ ਕਹਿੰਦੇ ਆ ਸਾਡੇ ਕੋਲ ਖੁਦਾ ਦਾ ਆਤਮਾ ਆ ਗਿਆ। ਜੇ ਤੁਹਾਡਾ ਸੁਭਾਅ ਨਹੀਂ ਬਦਲਿਆ, ਤੁਹਾਡੇ ਸੋਚ ਵਿਚਾਰ ਨਹੀਂ ਬਦਲੇ, ਤੇ ਫਿਰ ਕਿੱਦਾਂ ਖੁਦਾ ਦਾ ਆਤਮਾ ਤੁਹਾਡੇ ਅੰਦਰ ਕੰਮ ਕਰ ਸਕਦਾ? ਕਦੇ ਵੀ ਨਹੀਂ ਕੰਮ ਕਰ ਸਕਦਾ। ਬਾਈਬਲ ਅਜਿਹਾ ਹੀ ਕਹਿੰਦੀ ਹੈ। ਪਤਰਸ ਬਚਾਇਆ ਵੀ ਗਿਆ ਸੀਗਾ ਅਤੇ ਪਵਿੱਤਰ ਆਤਮਾ ਬਚਾਇਆ ਵੀ ਗਿਆ ਸੀ ਅਤੇ ਪਵਿੱਤਰ ਆਤਮਾ ਅਤੇ ਦੁਸ਼ਟ ਆਤਮਾ ਨੂੰ ਕੱਢਣ ਦੇ ਲਈ ਅਤੇ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਸ਼ਕਤੀ ਵੀ ਦਿੱਤੀ ਗਈ ਸੀ। ਤੁਹਾਨੂੰ ਪਤਾ ਜਿਹੜਾ ਯਿਸੂ ਮਸੀਹ ਦਾ ਚੇਲਾ ਸੀਗਾ, ਜਦੋਂ ਪ੍ਰਭੂ ਯਿਸੂ ਮਸੀਹ ਦੇ ਨਾਲ ਜਿੰਨੇ ਵੀ ਚੇਲੇ ਰਹਿੰਦੇ ਸੀ ਉਹ ਚਿੰਨ ਚਮਤਕਾਰ ਕਰਦੇ ਸੀਗੇ, ਚਿੰਨ ਚਮਤਕਾਰ ਕਰਦੇ ਸੀ, ਪ੍ਰਭੂ ਦੇ ਨਾਲ ਨਾਲ ਰਹਿੰਦੇ ਸੀਗੇ, ਸਭ ਕੁਝ ਦੇਖਦੇ ਸੀ, ਲੇਕਿਨ ਫਿਰ ਵੀ ਉਹਨਾਂ ਦੇ ਅੰਦਰ ਪਵਿੱਤਰ ਆਤਮਾ ਨਹੀਂ ਸੀਗਾ। ਯਿਸੂ ਨੇ ਉਹਨਾਂ ਨੂੰ ਸਾਫ਼ ਕਹਿ ਦਿੱਤਾ ਸੀ ਉਹ ਬਦਲਿਆ ਹੋਇਆ ਨਹੀਂ ਹੈ ਜਦ ਤੱਕ ਪਵਿੱਤਰ ਆਤਮਾ ਨਹੀਂ ਪਾਉਂਦਾ।
ਅਤੇ ਉਸਨੇ ਕਿਹਾ, ਬਦਲਣ ਤੋਂ ਬਾਅਦ ਆਪਣੇ ਭਰਾਵਾਂ ਨੂੰ ਤਕੜਿਆ ਕਰੀ। ਫੜਵਾਏ ਜਾਣ ਵਾਲੀ ਰਾਤ ਅਜਿਹਾ ਹੀ ਸੀ ਜਦੋਂ ਯੀਸ਼ੂ ਮਸੀਹ ਨੂੰ ਫੜਵਾਇਆ ਗਿਆ ਸੀਗਾ ਤੇ ਪਤਰਸ ਵੀ ਨਾਲ ਗਿਆ। ਤੇ ਜਦੋਂ ਯੀਸ਼ੂ ਮਸੀਹ ਨੂੰ ਮਾਰ ਪੈ ਰਹੀ ਸੀ ਤੇ ਪਤਰਸ ਡਰ ਗਿਆ। ਕੀ ਦੇਖ ਕੇ ਡਰ ਗਿਆ? ਵੀ ਯੀਸ਼ੂ ਮਸੀਹ ਨੂੰ ਕੁੱਟਿਆ ਜਾ ਰਿਹਾ। ਉਹ ਜਿੰਨਾ ਗੁਰੂ ਚੇਲੇ ਵਾਲਾ ਪਿਆਰ ਸੀ ਖਤਮ ਹੋ ਗਿਆ ਵੀ ਪ੍ਰਭੂ ਨੂੰ ਮਾਰ ਪੈ ਰਹੀ, ਕਿਤੇ ਮੇਰੇ ਨਾਲ ਮਾਰ ਪੈ ਜਾਵੇ। ਕਿਉਂਕਿ ਉਦੋਂ ਉਹ ਸਰੀਰ ਦੇ ਵਿੱਚ ਸੀਗਾ, ਉਹ ਡਰ ਗਿਆ ਵੀ ਕਿਤੇ ਮੈਨੂੰ ਵੀ ਨਾ ਕੁੱਟਣ। ਉਹਨੇ ਇਨਕਾਰ ਕੀਤਾ ਯੀਸ਼ੂ ਮਸੀਹ ਦਾ। ਉਹ ਕਹਿੰਦਾ ਮੈਂ ਨਹੀਂ ਜਾਣਦਾ ਯੀਸ਼ੂ ਮਸੀਹ ਨੂੰ। ਕੁੱਕੜ ਦੀ ਬਾਂਗ ਦੇਣ ਤੋਂ ਪਹਿਲਾਂ 3 ਵਾਰ ਪਹਿਲਾਂ ਉਹਨੇ ਉਹਦਾ ਇਨਕਾਰ ਕਰ ਦਿੱਤਾ ਪ੍ਰਭੂ ਯੀਸ਼ੂ ਮਸੀਹ ਦਾ। ਕਿਉਂਕਿ ਯੀਸ਼ੂ ਮਸੀਹ ਨੇ ਪਹਿਲੇ ਹੀ ਕਿਹਾ ਸੀ, ਪਤਰਸ ਕੁੱਕੜ ਦੀ ਬਾਂਗ ਦੇਣ ਤੋਂ ਪਹਿਲਾਂ ਤੂੰ 3 ਵਾਰੀ ਮੇਰਾ ਇਨਕਾਰ ਕਰੇਗਾ। ਉਹਨੇ 3 ਵਾਰੀ ਇਨਕਾਰ ਕੀਤਾ। ਕਿਉਂ ਕੀਤਾ? ਕਿਉਂਕਿ ਆਤਮਾ ਅੰਦਰ ਨਹੀਂ ਸੀਗਾ। ਅਤੇ ਕੋਈ ਮਨੁੱਖ ਸੱਚਮੁੱਚ ਤਬਦੀਲ ਨਹੀਂ ਹੁੰਦਾ ਜਦੋਂ ਤੱਕ ਉਹ ਨਾ ਬਦਲੇ ਅਤੇ ਆਪਣੇ ਆਪ ਤੋਂ ਨਾ ਮਰੇ ਅਤੇ ਪਵਿੱਤਰ ਆਤਮਾ ਉਸ ਵਿਅਕਤੀ ਨੂੰ ਆਪਣੇ ਨਿਰੰਤਰ ਵਿੱਚ ਨਾ ਲਵੇ। ਜਦੋਂ ਤੱਕ ਕੋਈ ਮਨੁੱਖ ਮਰਦਾ ਨਹੀਂ ਆ, ਉਹਦਾ ਜੀਵਨ ਨਹੀਂ ਬਦਲਦਾ, ਉਦੋਂ ਤੱਕ ਪਵਿੱਤਰ ਆਤਮਾ ਨੂੰ ਆਪਣੇ ਨਿਯੰਤਰਣ ਦੇ ਵਿੱਚ ਨਹੀਂ ਲੈਂਦਾ। ਉਹ ਅਜਿਹਾ ਕਰਨਾ ਨਹੀਂ ਚਾਹੁੰਦੇ ਹਨ। ਹੁਣ ਪਵਿੱਤਰ ਆਤਮਾ ਇੱਕ ਵਿਅਕਤੀ ਵਿੱਚ ਰਹਿ ਕੇ ਮਾੜਾ ਵਿਵਹਾਰ ਅਤੇ ਦੂਜੇ ਵਿਅਕਤੀ ਵਿੱਚ ਰਹਿ ਕੇ ਚੰਗਾ ਵਿਵਹਾਰ ਨਹੀਂ ਕਰੇਗਾ। ਹੁਣ ਬਾਈਬਲ ਬਿਆਨ ਕਰਦੀ ਹੈ, ਲੋਕ ਦਾਅਵਾ ਕਰਦੇ ਮੇਰੇ ਕੋਲ ਪਵਿੱਤਰ ਆਤਮਾ ਹੈ। ਜੇ ਲੋਕਾਂ ਦੇ ਵਿੱਚ ਪਵਿੱਤਰ ਆਤਮਾ ਆ, ਉਹਦਾ ਵਚਨ ਕੰਮ ਕਰਦਾ, ਫਿਰ ਉਹ ਮਾੜਾ ਵਿਵਹਾਰ ਕਿੱਦਾਂ ਕਰ ਸਕਦੇ ਆ? ਅੱਜ ਤੁਸੀਂ ਮਸੀਹ ਲੋਕਾਂ ਦੇ ਜੀਵਨ ਦੇਖੋ, ਕਿਸੇ ਨਾਲ ਮਾੜਾ ਵਿਵਹਾਰ ਵੀ ਕਰਦੇ ਆ। ਮਸੀਹ ਲੋਕਾਂ ਦੇ ਜੀਵਨ ਵੀ ਸਹੀ ਨਹੀਂ ਆ। ਇਹ ਨਹੀਂ ਆ ਵੀ ਕੋਈ ਚਰਚ ਦੇ ਵਿੱਚ ਆਂਦਾ ਆ ਜਾਂ ਉਹ ਕਹਿੰਦਾ ਜੀ ਮੈਂ ਕ੍ਰਿਸਚੀਅਨ ਆ ਤੇ ਉਹਦਾ ਜੀਵਨ ਵੀ ਸਹੀ ਹੋਵੇ। ਇਸ ਤਰ੍ਹਾਂ ਨਹੀਂ ਹੁੰਦਾ। ਜਦੋਂ ਤੱਕ ਵਚਨ ਉਹਦੇ ਅੰਦਰ ਨਾ ਹੋਵੇ, ਉਹਦੇ ਹੁਕਮ ਉਹਦੇ ਅੰਦਰ ਨਾ ਹੋਣ, ਉਹ ਮਸੀਹ ਨਹੀਂ ਹੈ। ਇਸ ਕਰਕੇ ਸਾਰੇ ਦਾਅਵੇ ਝੂਠੇ ਆ ਵੀ ਸਾਡੇ ਕੋਲ ਪਵਿੱਤਰ ਆਤਮਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਿਹਦੇ ਕੋਲ ਖੁਦਾ ਦਾ ਆਤਮਾ ਹੁੰਦਾ, ਉਹ ਮਨੁੱਖ ਆਪਣੇ ਆਪ ਦੇ ਲਈ ਨਹੀਂ ਜਿੰਦਾ, ਉਹ ਦੂਸਰਿਆਂ ਦੇ ਲਈ ਜਿਉਂਦਾ ਆ। ਕਿਉਂਕਿ ਉਹ ਕੀ ਕਰਦਾ? ਜੋ ਖੁਦਾ ਦਾ ਵਚਨ ਕਹਿੰਦਾ ਉਹਦੇ ਅਨੁਸਾਰ ਜੀਵਨ ਬਤੀਤ ਕਰਦਾ। ਕਿਉਂਕਿ ਬਾਈਬਲ ਇਸੇ ਤਰ੍ਹਾਂ ਬਿਆਨ ਕਰਦੀ ਆ। ਇਸੇ ਤਰ੍ਹਾਂ ਅੱਜ ਲੋਕ ਕਹਿੰਦੇ ਆ ਵੀ ਅਸੀਂ ਖੁਦਾ ਵਿੱਚ ਚੱਲ ਰਹੇ ਆ, ਲੇਕਿਨ ਜੇ ਤੁਸੀਂ ਉਹਨਾਂ ਦੇ ਕੰਮ ਦੇਖੋ ਤੇ ਉਹਨਾਂ ਦੇ ਕੰਮ ਸਹੀ ਨਹੀਂ ਹੈ। ਤੁਹਾਨੂੰ ਆਪਣੇ ਸੁਭਾਅ ਦੇ ਅਧੀਨ ਕਰਦਾ ਹੈ। ਜਦੋਂ ਪਵਿੱਤਰ ਆਤਮਾ ਆਂਦਾ ਕਿਸੇ ਮਨੁੱਖ ਦੇ ਅੰਦਰ, ਉਸ ਮਨੁੱਖ ਦਾ ਸੁਭਾਅ ਬਦਲ ਜਾਂਦਾ ਹੈ। ਪਵਿੱਤਰ ਆਤਮਾ ਦਾ ਇਹ ਕੰਮ ਹੁੰਦਾ। ਪਵਿੱਤਰ ਆਤਮਾ ਇਹ ਨਹੀਂ ਵੀ ਉਹਨੂੰ ਦੁਨੀਆਦਾਰੀ 'ਚ ਘੁੰਮਣ ਦਿੰਦਾ। ਜਦੋਂ ਆਤਮਾ ਕਿਸ ਦੇ ਅੰਦਰ ਆਂਦਾ, ਉਹ ਕੀ ਕਰਦਾ? ਆਪਣੇ ਕੰਮਾਂ ਨੂੰ ਕਰਵਾਉਂਦਾ ਆ। ਇਹ ਪਵਿੱਤਰ ਆਤਮਾ ਦਾ ਕੰਮ ਆ। ਅਤੇ ਪਵਿੱਤਰ ਆਤਮਾ ਹੀ ਤੁਹਾਨੂੰ ਅਜਿਹਾ ਬਣਾਉਂਦਾ ਹੈ ਕਿ ਤੁਸੀਂ ਅਜਿਹਾ ਜੀਵਨ ਜੀਓ ਅਤੇ ਅਜਿਹਾ ਕਰਨਾ ਪਸੰਦ ਕਰੋ। ਸੰਸਾਰ ਦੀ ਵਸਤਾਂ ਨੂੰ ਛੱਡਣਾ ਚਾਹੁੰਦੇ ਹੋ ਉਦੋਂ ਜਦੋਂ ਪਵਿੱਤਰ ਆਤਮਾ ਅੰਦਰ ਆਉਂਦਾ ਹੈ। ਜਦੋਂ ਪਵਿੱਤਰ ਆਤਮਾ ਕਿਸੇ ਦੇ ਅੰਦਰ ਆਉਂਦਾ ਤਾਂ ਕੀ ਹੁੰਦਾ? ਤੁਸੀਂ ਸੰਸਾਰ ਦੀ ਚੀਜ਼ਾਂ ਨੂੰ ਛੱਡ ਦਿੰਦੇ ਹੋ। ਸੰਸਾਰ ਦੇ ਨਾਲ ਮੋਹ ਨਹੀਂ ਹੁੰਦਾ। ਤੁਹਾਨੂੰ ਪਤਾ, ਜਿਹੜੇ ਲੋਕ ਖੁਦਾ ਨੂੰ ਗ੍ਰਹਿਣ ਕਰ ਲੈਂਦੇ ਆ, ਫਿਰ ਉਹ ਸੰਸਾਰਿਕ ਚੀਜ਼ਾਂ ਦੇ ਨਾਲ, ਪੈਸੇ ਨਾਲ ਉਹਨਾਂ ਦਾ ਕੋਈ ਮਤਲਬ ਨਹੀਂ ਹੁੰਦਾ। ਉਹ ਸਿਰਫ ਖੁਦਾ ਦੇ ਕੰਮਾਂ ਨੂੰ ਹੀ ਕਰੀ ਜਾਂਦੇ, ਉਹਨਾਂ ਨੂੰ ਕੋਈ ਲਾਲਚ ਨਹੀਂ ਹੁੰਦਾ। ਇਹ ਹੁੰਦਾ ਪਵਿੱਤਰ ਆਤਮਾ ਦਾ ਕੰਮ। ਤੇ ਇਸੇ ਤਰ੍ਹਾਂ ਜਦੋਂ ਕੋਈ ਪਵਿੱਤਰ ਆਤਮਾ ਦੇ ਅਧੀਨ ਆਂਦਾ, ਆਪਣੇ ਗੁਨਾਹ ਪਾਪਾਂ ਨੂੰ ਮੰਨ ਕੇ, ਤੇ ਪ੍ਰਭੂ ਯੀਸ਼ੂ ਮਸੀਹ ਉੱਤੇ ਦਇਆ ਕਰਦਾ। ਚਾਹੇ ਉਹ ਕੋਈ ਵੀ ਕਿਉਂ ਨਾ ਹੋਵੇ, ਪ੍ਰਭੂ ਪੱਖਪਾਤ ਨਹੀਂ ਕਰਦਾ। ਕੋਈ ਵੀ ਕਿਉਂ ਨਾ ਹੋਵੇ, ਕਿਸੇ ਵੀ ਜਾਤ ਦੇ ਵਿੱਚੋਂ ਕਿਉਂ ਨਾ ਆਇਆ ਹੋਵੇ, ਕਿਸੇ ਵੀ ਧਰਮ ਦੇ ਵਿੱਚੋਂ ਕਿਉਂ ਨਾ ਆਇਆ ਹੋਵੇ, ਪ੍ਰਭੂ ਯੀਸ਼ੂ ਮਸੀਹ ਸਭਨਾਂ ਦਾ ਪਰਮੇਸ਼ਵਰ ਆ। ਉਹ ਕਿਸੇ ਨਾਲ ਪੱਖਪਾਤ ਨਹੀਂ ਕਰਦਾ। ਚਾਹੇ ਕੋਈ ਪੁਰਾਣਾ ਮਸੀਹ ਹੋਵੇ, ਚਾਹੇ ਕੋਈ ਨਇਆ ਬਣਿਆ ਹੋਵੇ, ਉਹ ਹਿਰਦੇ ਨੂੰ ਵੇਖਦਾ ਵੀ ਇਹ ਮਨੁੱਖ ਮੇਰੇ ਨਾਲ ਕਿੰਨਾ ਪਿਆਰ ਕਰ ਰਿਹਾ। ਉਹ ਪੁਰਾਣਾ ਨਵਾਂ ਨਹੀਂ ਦੇਖਦਾ। ਉਹ ਦੇਖਦਾ ਆ ਵੀ ਇਹਨੇ ਆਪਣੇ ਪਾਪ ਮੇਰੇ ਅੱਗੇ ਮੰਨੇ ਹਨ ਤੇ ਮੈਂ ਇਹਨੂੰ ਹੁਣ ਮਾਫ ਕਰੂੰਗਾ। ਇਸ ਕਰਕੇ ਕਦੇ ਸ਼ੰਕਾ ਨਹੀਂ ਕਰਨੀ। ਪ੍ਰਭੂ ਯੀਸ਼ੂ ਮਸੀਹ ਸਭਨਾਂ ਦਾ ਪਰਮੇਸ਼ਵਰ ਆ। ਉਹ ਕਿਸੇ ਦੇ ਨਾਲ ਪੱਖਪਾਤ ਨਹੀਂ ਕਰਦਾ। ਚਾਹੇ ਕੋਈ ਨਵਾਂ ਭੈਣ ਭਾਈ ਆ ਮਸੀਹ ਦੇ ਵਿੱਚ, ਚਾਹੇ ਕੋਈ ਪੁਰਾਣਾ ਆ, ਉਹ ਇਹ ਦੇਖਦਾ ਵੀ ਮੇਰੇ ਹੁਕਮ ਕੌਣ ਮੰਨਦਾ ਹੈ, ਮੇਰੀ ਆਗਿਆਕਾਰੀ ਦੇ ਵਿੱਚ ਕੌਣ ਚੱਲਦਾ ਹੈ। ਸਿਰਫ ਤੁਹਾਨੂੰ ਕੀ ਕਰਨ ਦੀ ਲੋੜ ਆ? ਵਿਸ਼ਵਾਸ ਕਰਨ ਦੀ ਲੋੜ ਆ। ਕਿਹਦੇ ਉੱਪਰ? ਵਚਨ ਦੇ ਉੱਪਰ ਵਿਸ਼ਵਾਸ ਕਰਨਾ। ਜੋ ਬਾਈਬਲ ਕਹਿੰਦੀ, ਬਾਈਬਲ ਦੇ ਵਚਨ ਤੇ ਵਿਸ਼ਵਾਸ ਕਰਨਾ। ਬਿਮਾਰੀ ਕਿੰਨੀ ਮਰਜ਼ੀ ਵੱਡੀ ਹੋਵੇ, ਚਾਹੇ ਤੁਸੀਂ ਕਰਜ਼ੇ ਦੇ ਹੇਠ ਪਵੋ, ਚਾਹੇ ਕੋਈ ਤੁਹਾਡੇ ਉੱਪਰ ਵਿਪਤਾ ਪਈ ਹੋਵੇ, ਉਹ ਸਭ ਵਿਪਤਾ ਪਰੇਸ਼ਾਨੀਆਂ ਯੀਸ਼ੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਤੁਹਾਡੇ ਤੋਂ ਪਰੇ ਹਟ ਜੂਗੀ। ਆਮੀਨ। ਤੁਹਾਨੂੰ ਕੀ ਕਰਨਾ ਪੈਣਾ ਆ? ਕੁਝ ਵੱਡਾ ਕੰਮ ਨਹੀਂ ਕਰਨਾ ਪੈਣਾ। ਕੋਈ ਤੁਹਾਨੂੰ ਮੰਤਰ ਨਹੀਂ ਪੜ੍ਹਨੇ ਪੈਣੇ ਜਾਂ ਲੀਕਾਂ ਨਹੀਂ ਕੱਢਣੀਆਂ ਪੈਣੀਆਂ। ਤੁਹਾਨੂੰ ਸਿਰਫ ਤੇ ਸਿਰਫ ਵਿਸ਼ਵਾਸ ਕਰਨਾ ਪੈਣਾ। ਕਿਹਦੇ ਉੱਪਰ? ਵੀ ਪ੍ਰਭੂ ਯੀਸ਼ੂ ਮਸੀਹ, ਜੇ ਅੱਜ ਮੈਂ ਬਿਮਾਰੀ ਦੇ ਵਿੱਚ ਆ, ਵਿਪਤਾ ਦੇ ਵਿੱਚ ਆ, ਕਰਜ਼ੇ ਦੇ ਹੇਠ ਆ, ਮੇਰੇ ਸਾਰੀਆਂ ਪਰੇਸ਼ਾਨੀਆਂ ਦਿੱਕਤਾਂ ਨੂੰ ਸਿਰਫ ਤੇ ਸਿਰਫ ਹੁਣ ਤੂੰ ਹੀ ਠੀਕ ਕਰ ਸਕਦਾ ਆ। ਮੇਰੀ ਦਿੱਕਤਾਂ ਪਰੇਸ਼ਾਨੀਆਂ ਨੂੰ ਤੂੰ ਦੂਰ ਕਰ ਸਕਦਾ। ਤੁਹਾਨੂੰ ਇਹ ਬਲੀਵ ਕਰਨਾ ਪੈਣਾ। ਜੇ ਤੁਸੀਂ ਬਲੀਵ ਨਹੀਂ ਕਰਦੇ, ਫਿਰ ਖੁਦਾ ਕੰਮ ਨਹੀਂ ਕਰਦਾ। ਲੇਕਿਨ ਵਿਸ਼ਵਾਸ ਕਰਨਾ ਪਵੇਗਾ। ਕੀ ਲੋਕ ਡਾਕਟਰਾਂ ਤੇ ਵਿਸ਼ਵਾਸ ਨਹੀਂ ਕਰਦੇ?
ਜਦੋਂ ਡਾਕਟਰਾਂ ਦੇ ਕੋਲ ਲੋਕ ਜਾਂਦੇ, ਡਾਕਟਰ ਕਹਿੰਦਾ ਹਾਂ ਮੈਂ ਤੁਹਾਨੂੰ ਠੀਕ ਕਰ ਦੂੰਗਾ, ਉਹਦੇ ਵਿੱਚ ਤਾਂ ਵਿਸ਼ਵਾਸ ਕਰਦੇ ਆ। ਜੇ ਇੱਕ ਮਨੁੱਖ ਦੇ ਉੱਪਰ ਤੁਸੀਂ ਵਿਸ਼ਵਾਸ ਕਰ ਰਹੇ ਹੋ ਤੇ ਯੀਸ਼ੂ ਮਸੀਹ ਤਾਂ ਡਾਕਟਰਾਂ ਦਾ ਡਾਕਟਰ ਆ। ਜੇ ਉਹਨੇ ਕਿਹਾ ਵਿਸ਼ਵਾਸ ਕਰੋ ਤੇ ਬਚਾਏ ਜਾਵੋਗੇ, ਤੇ ਵਿਸ਼ਵਾਸ ਕਰੋ। ਫਿਰ ਜਦੋਂ ਵਿਸ਼ਵਾਸ ਕਰੋਗੇ ਤੇ ਸਾਰੇ ਕੰਮ ਜਿਹੜੇ ਅਸੰਭਵ ਕੰਮ ਆ ਉਹ ਤੁਹਾਡੇ ਸੰਭਵ ਹੋ ਜਾਣਗੇ। ਜੇ ਡਾਕਟਰਾਂ ਨੇ ਤੁਹਾਨੂੰ ਜਵਾਬ ਦੇ ਦਿੱਤਾ ਹੈ, ਜੇ ਡਾਕਟਰ ਕਹਿੰਦੇ ਹਨ ਇਹ ਬਿਮਾਰੀ ਸਹੀ ਨਹੀਂ ਹੋ ਸਕਦੀ, ਤੇ ਤੁਸੀਂ ਘਰੇ ਬੈਠ ਕੇ ਕਹੋ, ਪ੍ਰਾਰਥਨਾ ਵਿੱਚ ਕਹੋ, ਮੈਂ ਯੀਸ਼ੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਇਸ ਬਿਮਾਰੀ ਨੂੰ ਡਾਂਟਦਾ ਆ, ਮੈਂ ਖੁਦਾ ਦੀ ਬੇਟੀ ਆ, ਮੈਂ ਬੇਟਾ ਆ, ਇਹ ਬਿਮਾਰੀ ਤੂੰ ਕੁਝ ਨਹੀਂ ਕਰ ਸਕਦੀ। ਤੇ ਜਿੰਨੀ ਮਰਜ਼ੀ ਵੱਡੀ ਬਿਮਾਰੀ ਹੋਵੇ ਉਹਨੂੰ ਖੜਨਾ ਪੈ ਜਾਊਗਾ ਇੱਕ ਜਗ੍ਹਾ ਤੇ, ਉਹ ਤੁਹਾਡੇ ਅੰਦਰ ਪ੍ਰਵੇਸ਼ ਨਹੀਂ ਕਰੂਗੀ। ਇਸ ਕਰਕੇ ਸਿਰਫ ਬਲੀਵ ਕਰੋ। ਬਾਈਬਲ ਬਿਆਨ ਕਰਦੀ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸਭ ਕੁਝ ਸੰਭਵ ਹੈ। ਕਿਹਨਾਂ ਦੇ ਲਈ? ਵਿਸ਼ਵਾਸ ਕਰਨ ਵਾਲਿਆਂ ਦੇ ਲਈ। ਲੇਕਿਨ ਜਿਹੜੇ ਵਿਸ਼ਵਾਸ ਨਹੀਂ ਕਰਦੇ, ਬੇਪ੍ਰਤੀਤੀ ਕਰਦੇ, ਉਹਨਾਂ ਦੇ ਲਈ ਕੁਝ ਨਹੀਂ ਹੈ। ਵਿਸ਼ਵਾਸ ਕਰਨਾ ਪੈਣਾ ਹੈ, ਕਿਉਂਕਿ ਇਹ ਸੇਵਕਾਈ ਹੈ ਜਿਹੜੀ ਮਸੀਹ ਦੀ ਸੇਵਕਾਈ, ਵਿਸ਼ਵਾਸ ਦੀ ਸੇਵਕਾਈ। ਯੀਸ਼ੂ ਮਸੀਹ ਨੇ ਕਿਹਾ ਹੈ ਇਸ ਜਗਤ ਦਾ ਨਾਸ਼ ਹੋਣ ਤੋਂ ਪਹਿਲਾਂ ਮੈਂ ਤੁਹਾਨੂੰ ਜਿਉਂਦਾ ਉਠਾਵਾਂਗਾ। ਮੈਂ ਜਿਉਂਦਾ ਤੁਹਾਨੂੰ, ਆਪਣੇ ਪਵਿੱਤਰ ਲੋਕਾਂ ਨੂੰ ਜਿਉਂਦਾ ਲੈ ਕੇ ਜਾਵੇਗਾ। ਰੈਪਚਰ ਦੇ ਵਿੱਚ ਮਰਨਗੇ ਨਹੀਂ ਲੋਕ, ਜਿਉਂਦਾ ਹੀ ਉੱਪਰ ਚਲੇ ਜਾਣਗੇ। ਤੇ ਅਸੀਂ ਵਿਸ਼ਵਾਸ ਕਰਦੇ ਹਾਂ ਵੀ ਜਦੋਂ ਸਾਡਾ ਯੀਸ਼ੂ ਮਸੀਹ ਆਵੇਗਾ ਉਹ ਸਾਨੂੰ ਜਿਉਂਦਾ ਲੈ ਕੇ ਜਾਵੇਗਾ। ਚਾਹੇ ਲੋਕ ਇਹ ਗੱਲਾਂ ਤੋਂ ਸੁਣ ਕੇ ਹੱਸਣ ਵੀ ਉਹ ਜਿਉਂਦੇ ਕਿੱਦਾਂ ਜਾ ਸਕਦੇ ਆ, ਲੇਕਿਨ ਯੀਸ਼ੂ ਮਸੀਹ ਨੇ ਕਿਹਾ ਮੈਂ ਜਿਉਂਦਾ ਆਪਣੇ ਲੋਕਾਂ ਨੂੰ ਉੱਪਰ ਲੈ ਕੇ ਜਾਵਾਂਗਾ, ਤੋਂ ਲੈ ਕੇ ਜਾਵੇਗਾ। ਇਹ ਵਿਸ਼ਵਾਸ ਕਰਨਾ ਪੈਣਾ। ਤੁਹਾਨੂੰ ਪਤਾ ਜਿਹੜਾ ਬਾਈਬਲ ਦੇ ਵਿੱਚ ਅਸੀਂ ਪੜ੍ਹਦੇ ਹਾਂ ਇਬਰਾਹਿਮ ਬਾਰੇ, ਇਬਰਾਹਿਮ 75 ਸਾਲ ਦੀ ਉਮਰ ਇਹ ਸੀਗੀ, 75 ਸਾਲ ਦੀ ਉਮਰ ਸੀ ਤੇ ਉਹਦੇ ਕੋਈ ਬੱਚਾ ਨਹੀਂ ਸੀਗਾ। ਤੁਹਾਨੂੰ ਪਤਾ 75 ਸਾਲ ਦੀ ਉਮਰ 'ਚ ਬੰਦਾ ਬੁੱਢਾ ਹੋ ਜਾਂਦਾ ਹੈ, ਤੇ ਖੁਦਾ ਨੇ ਉਹਨੂੰ ਕਿਹਾ ਮੈਂ ਤੈਨੂੰ ਪੁੱਤਰ ਦੇਵਾਂਗਾ। ਲੇਕਿਨ ਕੀ ਹੋਇਆ? 75 ਸਾਲ ਤੋਂ ਬਾਅਦ 1 ਸਾਲ ਨਿਕਲਿਆ, 2 ਸਾਲ ਨਿਕਲੇ, 80 ਸਾਲ ਦਾ ਹੋ ਗਿਆ, 85 ਸਾਲ ਦਾ, 90 ਸਾਲ ਦਾ ਹੋ ਗਿਆ, 100 ਸਾਲ ਦਾ ਹੋ ਗਿਆ, ਪੁੱਤਰ ਨਹੀਂ ਹੋਇਆ। ਲੇਕਿਨ ਉਹਨੂੰ ਵਿਸ਼ਵਾਸ ਸੀਗਾ ਵੀ ਜੋ ਖੁਦਾ ਨੇ ਕਿਹਾ ਪੂਰਾ ਹੋਵੇਗਾ। ਲੇਕਿਨ ਕੀ ਹੋਇਆ? 25 ਸਾਲ ਬਾਅਦ ਖੁਦਾ ਨੇ ਉਹਦੇ ਘਰ 'ਚ ਇਸਹਾਕ ਨੂੰ ਪੈਦਾ ਕੀਤਾ। ਤੁਹਾਨੂੰ ਪਤਾ ਜੇ ਤੁਸੀਂ ਵਿਸ਼ਵਾਸ ਕਰ ਲਵੋ ਤੇ ਜੋ ਖੁਦਾ ਨੇ ਕਿਹਾ ਉਹ ਪੂਰਾ ਹੋਵੇਗਾ। 25 ਸਾਲ ਬਾਅਦ ਇਸਹਾਕ ਪੈਦਾ ਹੋਇਆ। ਇਹ ਹੁੰਦੀ ਵਿਸ਼ਵਾਸੀਆਂ ਦੀ ਨਿਸ਼ਾਨੀ। ਜੇ ਤੁਸੀਂ ਵਿਸ਼ਵਾਸ ਕਰ ਲਵੋ ਵੀ ਪ੍ਰਭੂ ਤੂੰ ਮੇਰਾ ਛੁਟਕਾਰਾ ਕਲਵਰੀ ਕਰੂਸ ਤੇ ਕਰ ਦਿੱਤਾ ਆ, ਬਿਮਾਰੀ ਜਿੰਨੀ ਮਰਜ਼ੀ ਵੱਡੀ ਹੋਵੇ ਅੱਜ ਨਹੀਂ ਤੇ ਕੱਲ ਉਹ ਚਲੀ ਜਾਵੇਗੀ, ਕਿਉਂਕਿ ਖੁਦਾਵੰਦ ਨੇ ਵਾਅਦਾ ਕੀਤਾ। ਸ਼ੱਕ ਨਹੀਂ ਕਰਨਾ, ਤੁਸੀਂ ਇਹੀ ਕਹਿਣਾ ਆ, ਚਾਹੇ ਤਕਲੀਫ 'ਚ ਹੋ, ਦਿੱਕਤ 'ਚ ਹੋ, ਪ੍ਰਭੂ ਤੂੰ ਵਾਅਦਾ ਕੀਤਾ ਆ ਵੀ ਜੇ ਤੁਸੀਂ ਮੇਰੇ ਵਚਨ ਤੇ ਵਿਸ਼ਵਾਸ ਕਰੋ ਤੇ ਮੈਂ ਤੁਹਾਡੀ ਬਿਮਾਰੀਆਂ ਨੂੰ ਖਤਮ ਕਰ ਦਊਂਗਾ। ਤੇ ਤੁਸੀਂ ਪ੍ਰਭੂ ਨੂੰ ਜਦੋਂ ਪੁਕਾਰੋਗੇ ਤੁਹਾਡੀ ਬਿਮਾਰੀ ਨੂੰ ਖਤਮ ਕਰ ਦੂਗਾ। ਕੋਈ ਵੱਡੀ ਗੱਲ ਨਹੀਂ ਹੈ ਪ੍ਰਭੂ ਦੇ ਲਈ, ਵੱਡੀ ਤੋਂ ਵੱਡੀ ਬਿਮਾਰੀ ਉਹਦੇ ਸਾਹਮਣੇ ਕੁਝ ਨਹੀਂ ਹੈ। ਉਹ ਮੁਰਦੇ ਜਿਉਂਦਾ ਕਰਨ ਵਾਲਾ ਖੁਦਾ ਹੈ। ਉਹ ਅੱਜ ਵੀ ਮੁਰਦੇ ਵੀ ਜਿਉਂਦਾ ਕਰਦਾ ਹੈ, ਸਭ ਕੁਝ ਕਰਦਾ ਹੈ। ਉਹ ਜੀਵਨਾਂ ਨੂੰ ਤਬਦੀਲ ਕਰ ਦਿੰਦਾ ਹੈ। ਤੇ ਕੀ ਉਹ ਛੋਟੀ ਮੋਟੀ ਬਿਮਾਰੀ ਨੂੰ ਸਹੀ ਨਹੀਂ ਕਰ ਸਕਦਾ? ਖੁਦਾ ਕਹਿੰਦਾ ਆਪਣੇ ਪਾਪਾਂ ਦਾ ਇਕਰਾਰ ਕਰੋ। ਜੇ ਤੁਸੀਂ ਜਾਣੇ ਅਣਜਾਣੇ 'ਚ ਕੋਈ ਗਲਤੀ ਕੀਤੀ, ਪਾਪ ਕੀਤੀ ਆ, ਤੇ ਤੁਸੀਂ ਖੁਦਾ ਦੀ ਹੈਕਲ ਦੇ ਵਿੱਚ ਆ ਕੇ, ਉਹਦੇ ਚਰਚ ਦੇ ਵਿੱਚ ਆ ਕੇ ਇਕਰਾਰ ਕਰੋ, ਪ੍ਰਭੂ ਜੀ ਜੇ ਮੇਰੇ ਤੋਂ ਕੋਈ ਗਲਤੀ ਗੁਨਾਹ ਹੋਇਆ ਆ ਜਾਣੇ ਅਣਜਾਣੇ 'ਚ, ਮੈਨੂੰ क्षमा ਕਰ, ਹੁਣ ਮੇਰੇ ਤੇ ਦਇਆ ਕਰ ਦੇ ਪ੍ਰਭੂ, ਮੈਂ ਆਪਣਾ ਜੀਵਨ ਤੈਨੂੰ ਸਮਰਪਿਤ ਕਰਨਾ, ਤੈਨੂੰ ਸਮਰਪਿਤ ਕਰਨੀ। ਤੇ ਦੇਖੋ ਤੁਹਾਡੇ ਜੀਵਨ ਦੇ ਵਿੱਚ ਫਿਰ ਕਿਸ ਤਰ੍ਹਾਂ ਤਬਦੀਲੀ ਆਉਂਦੀ ਹੈ। ਇਸ ਚੀਜ਼ ਦੀ ਮੈਂ ਗਾਰੰਟੀ ਦਿੰਦਾ ਤੁਹਾਨੂੰ। ਜਦੋਂ ਕੋਈ ਖੁਦਾ ਦੇ ਕੋਲ ਆਂਦਾ, ਉਹ ਕੋਈ ਮਨੁੱਖ ਨਹੀਂ ਆ ਵੀ ਉਹਨੇ ਵਾਅਦਾ ਕੀਤਾ ਤੇ ਮੁੱਕਰ ਜਾਊਗਾ। ਉਹ ਕੋਈ ਮੰਤਰੀ ਨਹੀਂ ਆ ਵੋਟਾਂ 'ਚ ਖੜਿਆ ਹੋਇਆ ਵੀ ਮੈਂ ਤੁਹਾਨੂੰ ਗ੍ਰਾਂਟ ਦਊਂਗਾ, ਮੈਂ ਤੁਹਾਨੂੰ ਬਿਜਲੀ ਦਊਂਗਾ, ਲੇਕਿਨ ਜਦੋਂ ਉਹਦੇ ਤੇ ਬੈਠ ਗਿਆ ਤੇ ਬਾਅਦ 'ਚ ਭੁੱਲ ਗਿਆ। ਉਹ ਖੁਦਾ ਆ। ਬਾਈਬਲ ਬਿਆਨ ਕਰਦੀ ਯੀਸ਼ੂ ਮਸੀਹ ਯੁਗਾਂ ਨੂੰ ਯੁਗ ਇੱਕੋ ਜਿਹਾ ਪਰਮੇਸ਼ਰ, ਉਹ ਕਦੇ ਬਦਲਦਾ ਨਹੀਂ, ਕਦੇ ਨਹੀਂ ਬਦਲਦਾ। ਜੋ 2022 ਸਾਲ ਪਹਿਲਾਂ ਸੀ ਯੀਸ਼ੂ ਮਸੀਹ ਅੱਜ ਵੀ ਉਹੀ ਆ। ਜੇ ਉਦੋਂ ਅੰਨ੍ਹਿਆਂ ਦੀ ਅੱਖਾਂ ਖੋਲਦਾ ਸੀ ਤੇ ਅੱਜ ਵੀ ਖੋਲਦਾ ਹੈ। ਤੁਹਾਨੂੰ ਪਤਾ ਯੀਸ਼ੂ ਮਸੀਹ ਜਦੋਂ ਧਰਤੀ ਤੇ ਆਇਆ ਉਹ ਇੱਕ ਮਨੁੱਖੀ ਰੂਪ ਦੇ ਵਿੱਚ ਆਇਆ, ਮਨੁੱਖੀ ਰੂਪ 'ਚ ਆਇਆ। ਤੇ ਜਦੋਂ ਚਿੰਨ ਚਮਤਕਾਰ ਕਰਦਾ ਸੀ ਤੇ ਲੋਕੀ ਹੈਰਾਨ ਹੁੰਦੇ ਸੀਗੇ, ਕਹਿੰਦੇ ਇੱਕ ਆ ਮਨੁੱਖ ਇਹ ਕਿੱਦਾਂ ਕਰ ਸਕਦਾ? ਲੇਕਿਨ ਉਹਦੇ ਅੰਦਰ ਕੌਣ ਸੀ? ਪਵਿੱਤਰ ਆਤਮਾ। ਕਿਉਂਕਿ ਯੀਸ਼ੂ ਮਸੀਹ ਕੌਣ ਸੀਗਾ? ਖੁਦ ਪਰਮੇਸ਼ਵਰ ਸੀਗਾ, ਯਹੋਵਾ ਸੀ। ਪੁਰਾਣੇ ਨਿਯਮ ਦਾ ਯਹੋਵਾ ਹੀ ਨਵੇਂ ਨਿਯਮ ਦਾ ਯੀਸ਼ੂ ਮਸੀਹ ਸੀ। ਉਹ ਧਰਤੀ ਤੇ ਆਇਆ, ਪੁੱਤਰ ਬਣਿਆ, ਤੇ ਜਦੋਂ ਇੱਕ ਮਨੁੱਖੀ ਰੂਪ ਦੇ ਵਿੱਚ ਆਇਆ ਉਹਨੇ ਲੋਕਾਂ ਨੂੰ ਕਿਹਾ ਕੀ ਤੂੰ ਮੇਰੇ ਤੇ ਵਿਸ਼ਵਾਸ ਕਰਦੀ ਹੈ? ਜੇ ਤੂੰ ਮੇਰੇ ਤੇ ਵਿਸ਼ਵਾਸ ਕਰੇ ਜੋ ਚਾਹੇ ਹੋ ਜਾਵੇਗਾ। ਤੇ ਉਸੇ ਤਰ੍ਹਾਂ ਹੁੰਦਾ ਸੀ। ਅੱਜ ਵੀ ਪ੍ਰਭੂ ਯੀਸ਼ੂ ਮਸੀਹ ਇਸ ਸਥਾਨ ਦੇ ਵਿੱਚ ਹਾਜ਼ਰ ਆ। ਤੁਸੀਂ ਵਿਸ਼ਵਾਸ ਕਰੋ, ਪ੍ਰਭੂ ਮੈਂ ਤੇਰੇ ਘਰ 'ਚ ਆਈ ਆ, ਪ੍ਰਭੂ ਮੈਂ ਤੇਰੇ ਘਰ 'ਚ ਆਇਆ ਆ, ਜੋ ਤੇਰਾ ਵਚਨ ਹੋਵੇ ਪ੍ਰਭੂ ਜੀ ਮੇਰੇ ਜੀਵਨ ਨੂੰ ਬਦਲ ਦੇਵੇ। ਮੈਂ ਗਾਰੰਟੀ ਦਿੰਦਾ ਤੁਹਾਨੂੰ ਕੋਈ ਬਿਮਾਰੀ ਭਾਵੇਂ 20 ਸਾਲ ਤੋਂ ਹੋਵੇ, 30 ਸਾਲ ਤੋਂ ਹੋਵੇ, ਉਹਨੂੰ ਜਾਣਾ ਪਵੇਗਾ।
क्योंकि ये किसी मनुख का वादा नहीं है, ये जिਉਂਦੇ यहोवा का वादा आ, जिसने आकाश ਅਤੇ ਧਰਤੀ ਨੂੰ ਬਣਾਇਆ, जिन्हें मच्छियां ਨੂੰ ਬਣਾਇਆ है, जिन्हें समुद्रां ਨੂੰ ਬਣਾਇਆ, इस कायनात ਨੂੰ ਬਣਾਇਆ, ਇਹ ਉਹ ਦਾ प्रभु यीशु मसीह का वादा है। वो अपने वायदे तो कदे मुकरदा नहीं है। शक नहीं करना, अपने जीवन को समर्पित कर दो। क्योंकि मैं तुहानू दसना चाहना मेरे भैन भाईओ जीजो, इस धरती ते कोई दूजा परमेश्वर नहीं है। प्यो हमेशा एक हुंदा है। लोग कहते आ बहुत खुदा ने, ज्यादा खुदा नहीं है, इको ही खुदा हुंदा, प्यो इको ही हुंदा है। बाइबल बयान करदी जिदे 2 या 4 प्यो ने वो हरामदा है। ये बाइबल की भाषा है। प्यो इको ही हुंदा, परमेश्वर इको ही आ, लेकिन वो परमेश्वर है कौन, ਇਹਦੀ ਪਛਾਣ नहीं है। ਉਹ परमेश्वर कोई होर नहीं, प्रभु यीशु मसीह है। क्योंकि यीशु मसीह के नाम दे विच चिन्ह चमत्कार हुंदे आ, ਵੱਡੇ ਵੱਡੇ ਕੰਮ ਹੁੰਦੇ ਆ। ਉਹਨੇ ਵਾਅਦਾ ਕੀਤਾ ਹੈ। ਤੁਹਾਨੂੰ ਪਤਾ ਬਾਈਬਲ ਦੇ ਅੱਗੇ ਲਿਖਿਆ ਪਵਿੱਤਰ ਬਾਈਬਲ। ਪਵਿੱਤਰ ਬਾਈਬਲ ਦਾ ਮਤਲਬ ਹੈ ਜੋ ਕਿਹਾ ਗਿਆ ਆ ਉਹ ਆਮੀਨ ਤੇ ਸੱਚ ਹੈ। ਤੁਹਾਨੂੰ ਪਤਾ ਜਦੋਂ ਮੂਸਾ ਨੇ ਸਮੁੰਦਰ ਨੂੰ ਕਿਹਾ ਸੀਗਾ 2 ਭਾਗ ਹੋ ਜਾ ਤੇ 2 ਭਾਗ ਹੋਇਆ। ਅੱਜ ਪੂਰੀ ਦੁਨੀਆ ਇਜ਼ਰਾਈਲ ਤੋਂ ਡਰਦੀ ਹੈ। ਕਿਉਂ ਡਰਦੀ ਹੈ? ਕਿਉਂਕਿ ਉਹਨਾਂ ਨੇ ਖੁਦਾ ਦੇ ਕੰਮਾਂ ਨੂੰ ਵੇਖਿਆ ਹੈ। ਜਦੋਂ ਮੂਸਾ ਕਹਿੰਦਾ ਸੀ 2 ਭਾਗ ਹੋ ਜਾ, ਪਿੱਛੇ ਮਿਸਰ ਦੀ ਸੈਨਾ ਸੀਗੀ, ਜਦੋਂ ਇਜ਼ਰਾਈਲੀ ਲੋਕ ਗੁਲਾਮ ਸੀ ਮਿਸਰ ਦੇ ਵਿੱਚ, ਤੇ ਮੂਸਾ ਉਹਨਾਂ ਨੂੰ ਕੱਢ ਕੇ ਲਿਆਇਆ ਉਸ ਥਾਂ ਦੇ ਵਿੱਚੋਂ। ਕੀ ਸੀ ਮੂਸਾ ਦੇ ਹੱਥ ਵਿੱਚ? ਇੱਕ ਢਾਂਗਾ ਸੀਗਾ, ਇੱਕ ਲੱਕੜ ਦਾ ਡੰਡਾ ਸੀਗਾ, ਉਹਦੇ ਵਿੱਚ ਖੁਦਾ ਨੇ ਪਾਵਰ ਪਾਈ ਹੋਈ ਸੀ, ਤੇ ਆਪਣੇ ਲੋਕਾਂ ਨੂੰ ਕੱਢ ਕੇ ਲਿਆਇਆ। ਤੇ ਅੱਗੇ ਕੀ ਹੋਇਆ? ਜਦੋਂ ਉੱਥੋਂ ਕੱਢ ਕੇ ਲਿਆਇਆ, ਅੱਗੇ ਸਮੁੰਦਰ ਆ ਗਿਆ ਤੇ ਲੋਕਾਂ ਨੇ ਬੁੜਬੁੜ ਕਰਨਾ ਸ਼ੁਰੂ ਕਰ ਦਿੱਤਾ। ਕਹਿੰਦੇ ਤੂੰ ਸਾਨੂੰ ਮਾਰਨ ਵਾਸਤੇ ਲਿਆਇਆ, ਕਿਉਂਕਿ ਪਿੱਛੇ ਜਿਹੜੀ ਸੈਨਾ ਸੀਗੀ ਮਿਸਰ ਦੀ, ਪਿੱਛੇ ਸੈਨਾ ਆ ਰਹੀ ਸੀਗੀ, ਜਿਹੜੀ ਮਿਸਰ ਦੀ ਸੈਨਾ ਆ ਰਹੀ ਸੀ, ਉਹਨਾਂ ਨੇ ਉਹਨਾਂ ਨੂੰ ਮਾਰ ਦੇਣਾ ਸੀਗਾ। ਹੁਣ ਕੀ ਹੋਇਆ? ਅੱਗੇ ਵੀ ਮੌਤ ਤੇ ਪਿੱਛੇ ਵੀ ਮੌਤ। ਲੇਕਿਨ ਉੱਥੇ ਕੀ ਹੋਇਆ? ਪ੍ਰਭੂ ਨੇ ਆਪਣੇ ਵਾਅਦੇ ਨੂੰ ਪੂਰਾ ਕੀਤਾ। ਪ੍ਰਭੂ ਅੱਗ ਦੇ ਰੂਪ ਦੇ ਵਿੱਚ ਆ ਕੇ ਇਜ਼ਰਾਈਲੀਆਂ ਤੇ ਮਿਸਰੀਆਂ ਦੇ ਵਿੱਚ ਖੜਾ ਹੋ ਗਿਆ। ਕੋਈ ਵੀ ਮਿਸਰੀ ਇਜ਼ਰਾਈਲੀਆਂ ਦੇ ਕੋਲ ਨਹੀਂ ਪਹੁੰਚ ਪਾਇਆ। ਤੇ ਮੂਸਾ ਨੂੰ ਕਿਹਾ ਇਸ ਪਾਣੀ ਉੱਪਰ ਆਪਣਾ ਟਾਂਗਾ ਮਾਰੋ। ਨੇ ਪ੍ਰਾਰਥਨਾ ਕੀਤੀ ਤੇ ਪ੍ਰਭੂ ਨੇ ਸਮੁੰਦਰ 2 ਭਾਗ ਕਰ ਦਿੱਤਾ। ਤੇ ਕੀ ਹੋਇਆ? ਇਜ਼ਰਾਈਲੀ ਲੋਕ ਵਿੱਚੋਂ ਨਿਕਲ ਗਏ। ਜਦੋਂ ਮਿਸਰੀਆਂ ਨੇ ਪਿੱਛਾ ਕੀਤਾ ਤੇ ਪਾਣੀ ਫਿਰ ਮੁੜ ਗਏ ਵਾਪਸ, ਤੇ ਕੀ ਹੋਇਆ? ਉਹ ਸਾਰੇ ਦੇ ਸਾਰੇ ਮਰ ਗਏ। ਤੁਸੀਂ ਦੇਖੋ ਖੁਦਾ ਕਿੱਡੇ ਕਿੱਡੇ ਚਮਤਕਾਰ ਕਰਦਾ। ਅੱਜ ਵੀ ਜੇ ਕੋਈ ਸਮੁੰਦਰ ਤੁਹਾਡੇ ਅੱਗੇ ਆ, ਚਾਹੇ ਉਹ ਬਿਮਾਰੀ ਦਾ ਆ, ਚਾਹੇ ਉਹ ਕਰਜ਼ ਦਾ ਆ, ਚਾਹੇ ਉਹ ਕਿਸੇ ਵੀ ਦਿੱਕਤ ਜਾਂ ਪਰੇਸ਼ਾਨੀ ਦਾ ਸਮੁੰਦਰ ਆ, ਵਿਸ਼ਵਾਸ ਦੇ ਨਾਲ ਕਹੋ 2 ਭਾਗ ਹੋ ਜਾ, ਤੇ ਸੱਚਮੁੱਚ ਤੁਹਾਡੀ ਬਿਮਾਰੀਆਂ 2 ਭਾਗ ਹੋ ਜਾਣਗੀਆਂ। ਤੁਸੀਂ ਵਿੱਚੋਂ ਨਿਕਲ ਜਾਓਗੇ। ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ ਆ। ਸਿਰਫ ਤੇ ਸਿਰਫ ਉਸ ਜਿਉਂਦੇ ਪਰਮੇਸ਼ਵਰ ਤੇ ਵਿਸ਼ਵਾਸ ਕਰੋ। ਤੁਹਾਡਾ ਵਿਸ਼ਵਾਸ ਹੀ ਤੁਹਾਡੀ ਚੰਗਿਆਈ ਹੈ। ਵਿਸ਼ਵਾਸ ਚੰਗਿਆਈ। ਅੱਜ ਲੋਕ ਸੋਚਦੇ ਅਸੀਂ ਕਿੱਦਾਂ ਚੰਗਾ ਹੋਵਾਂਗੇ, ਅਸੀਂ ਚੰਗਿਆਈ ਕਿੱਦਾਂ ਪ੍ਰਾਪਤ ਕਰਾਂਗੇ? ਚੰਗਿਆਈ ਤੁਹਾਡੇ ਅੰਦਰ ਆ। ਉਹ ਕੀ ਆ? ਵਿਸ਼ਵਾਸ। ਜਿੱਦਾਂ ਤੁਸੀਂ ਵਿਸ਼ਵਾਸ ਕਰੋਗੇ, ਬਾਈਬਲ ਬਿਆਨ ਕਰਦੇ ਜੋ ਮੰਗੋਗੇ ਤੁਹਾਨੂੰ ਦਿੱਤਾ ਜਾਵੇਗਾ। ਤੁਸੀਂ ਪ੍ਰਾਰਥਨਾ ਵਿੱਚ ਜੋ ਕੁਝ ਮੰਗੋਗੇ ਤੁਹਾਨੂੰ ਦਿੱਤਾ ਜਾਵੇਗਾ। ਪ੍ਰਾਰਥਨਾ ਕੀ ਹੈ? ਪ੍ਰਭੂ ਜੀ ਮੈਂ ਬਿਮਾਰੀ ਵਿੱਚ ਆ, ਮੈਂ ਪਰੇਸ਼ਾਨੀ ਵਿੱਚ ਆ, ਮੈਂ ਪਾਪ ਦੇ ਵਿੱਚ ਆ, ਮੈਨੂੰ ਇਹਨਾਂ ਚੀਜ਼ਾਂ ਚੋਂ ਬਾਹਰ ਕੱਢ ਤਾਂ ਕਿ ਮੈਂ ਤੇਰੀ ਆਰਾਧਨਾ ਕਰ ਸਕਾਂ। ਜੇ ਤੁਸੀਂ ਮੰਗੋਗੇ ਤੁਹਾਨੂੰ ਦਿੱਤਾ ਜਾਵੇਗਾ, ਲੇਕਿਨ ਮੰਗਣਾ ਪੈਣਾ, ਕਹਿਣਾ ਪੈਣਾ ਪ੍ਰਭੂ ਮੇਰੇ ਤੇ ਦਇਆ ਕਰ। ਤੁਹਾਨੂੰ ਪਤਾ ਯੀਸ਼ੂ ਮਸੀਹ ਨੂੰ ਜੋ ਵੀ ਕਹਿੰਦਾ ਆ ਦਇਆ ਕਰ, ਤੇ ਪ੍ਰਭੂ ਤੇ ਦਇਆ ਕਰਦਾ ਆ, ਕਿਉਂਕਿ ਉਹ ਦਇਆ ਦਾ ਸਾਗਰ ਆ। ਪ੍ਰਭੂ ਯੀਸ਼ੂ ਮਸੀਹ ਇੰਨਾ ਦਿਆਲੂ ਸੀਗਾ, ਜਦੋਂ ਉਹਦੇ ਹੀ ਲੋਕਾਂ ਨੇ, ਮਸੀਹ ਲੋਕਾਂ ਦੇ ਜਿਹੜੇ ਉਸ ਸਮੇਂ ਮਸੀਹ ਲੋਕ ਸੀਗੇ, ਪਾਸਟਰ ਸੀਗੇ, ਉਹਨਾਂ ਨੇ ਯੀਸ਼ੂ ਮਸੀਹ ਨੂੰ ਕਲਵਰੀ ਕਰੂਸ ਤੇ ਚੜਾਇਆ। ਤੇ ਕੀ ਹੋਇਆ? ਉਹਦੇ ਕੋੜੇ ਮਾਰੇ ਗਏ। ਇੱਥੇ ਤੱਕ ਯੀਸ਼ੂ ਮਸੀਹ ਨੂੰ ਨੰਗਾ ਕਰਕੇ ਕਲਵਰੀ ਕਰੂਸ ਤੇ ਚੜਾਇਆ ਗਿਆ। ਉਹਦੇ ਕੱਪੜੇ ਸਾਰੇ ਉਤਾਰ ਦਿੱਤੇ ਗਏ ਸੀਗੇ। ਕਲਵਰੀ ਕਰੂਸ ਤੇ ਚੜਾਇਆ ਗਿਆ ਨੰਗਾ ਕਰਕੇ। ਤੇ ਉਹਨੇ ਫਿਰ ਵੀ ਕਿਹਾ, ਕਹਿੰਦਾ ਹੇ ਪਿਤਾ ਇਹਨਾਂ ਨੂੰ ਮਾਫ ਕਰ, ਕਿਉਂਕਿ ਨਹੀਂ ਜਾਣਦੇ ਇਹ ਕੀ ਕਰਦੇ ਨੇ। ਪ੍ਰਭੂ ਨੇ ਫਿਰ ਵੀ ਉਹਨਾਂ ਨੂੰ ਮਾਫ ਕਰ ਦਿੱਤਾ। ਇੰਨਾ ਦਿਆਲੂ ਸਾਡਾ ਪਰਮੇਸ਼ਵਰ ਆ। ਤੇ ਕੀ ਉਹ ਤੁਹਾਡੀ ਬਿਮਾਰੀਆਂ, ਪਰੇਸ਼ਾਨੀਆਂ, ਤੁਹਾਡੇ ਪਾਪਾਂ ਨੂੰ ਖਤਮ ਨਹੀਂ ਕਰ ਸਕਦਾ? ਕਿ ਲੋੜ ਆ ਸਿਰਫ ਉਹਦੇ ਅੱਗੇ ਅੰਗੀਕਾਰ ਕਰਕੇ, ਤੋਬਾ ਕਰਕੇ, ਹਲੀਮੀ ਦੇ ਨਾਲ ਉਹਦੇ ਅੱਗੇ ਆਓ। ਕਹੋ ਪ੍ਰਭੂ ਜੀ ਮੈਂ ਤੇਰੀ ਬੇਟੀ ਆ, ਮੈਂ ਤੇਰਾ ਬੇਟਾ ਆ, ਮੇਰੇ ਤੇ ਦਇਆ ਕਰ ਦੇ ਮੇਰੇ ਲਾਰਡ। ਤੇ ਪ੍ਰਭੂ ਯੀਸ਼ੂ ਮਸੀਹ ਹਰੇਕ ਤੇ ਦਇਆ ਕਰਦਾ ਹੈ। ਉਹ ਪੱਖਪਾਤ ਨਹੀਂ ਕਰਦਾ। ਕਦੇ ਇਹ ਨਾ ਸੋਚੋ ਵੀ ਮੈਂ ਬਹੁਤ ਪਾਪੀ ਆ, ਜਾਂ ਮੈਂ ਜੀਵਨ 'ਚ ਪਾਪ ਕੀਤੇ ਹਨ, ਜਾਂ ਕੁਝ ਵੀ ਕਿਉਂ ਨਾ ਹੋਵੇ। ਸਿਰਫ ਤੁਹਾਨੂੰ ਉਹਦੇ ਅੱਗੇ ਝੁਕਣ ਦੀ ਲੋੜ ਆ। ਕਿਸੇ ਮਨੁੱਖ ਅੱਗੇ ਥੋੜੀ ਝੁਕਣਾ ਆ। ਆਪਣੇ ਪਿਓ ਦੇ ਅੱਗੇ ਝੁਕਣਾ, ਆਪਣੇ ਪਿਤਾ ਦੇ ਅੱਗੇ ਝੁਕਣਾ ਆ, ਆਪਣੇ ਫਾਦਰ ਦੇ ਅੱਗੇ ਤੁਸੀਂ ਝੁਕਣਾ ਆ, ਯੀਸ਼ੂ ਮਸੀਹ ਦੇ ਅੱਗੇ ਝੁਕਣਾ। ਜਦੋਂ ਝੁਕੋਗੇ ਤੇ ਖੁਦਾਵੰਦ ਤੁਹਾਨੂੰ ਬਹਾਲੀ ਵੀ ਦਊਗਾ। ਇਸ ਕਰਕੇ ਕਦੇ ਵੀ ਡਰਨਾ ਤੇ ਘਬਰਾਣਾ ਨਹੀਂ ਆ। ਆਪਣੇ ਵਿਸ਼ਵਾਸ ਨੂੰ ਮਜ਼ਬੂਤ ਰੱਖਣਾ ਹੈ। ਤੁਹਾਨੂੰ ਪਤਾ ਸੇਵਕ ਕਿਉਂ ਠਹਿਰਾਏ ਜਾਂਦੇ ਚਰਚਾਂ ਦੇ ਵਿੱਚ? ਸੇਵਕ ਇਸ ਕਰਕੇ ਠਹਿਰਾਏ ਜਾਂਦੇ ਆ ਕਿਉਂਕਿ ਉਹ ਵਿਸ਼ਵਾਸੀ ਹੁੰਦੇ ਆ ਪੂਰੀ ਤਰ੍ਹਾਂ। ਉਹਨਾਂ ਨੂੰ ਵਿਸ਼ਵਾਸ ਹੁੰਦਾ ਜੋ ਸਾਡੇ ਪ੍ਰਭੂ ਨੇ ਕਿਹਾ ਪੂਰਾ ਕਰੇਗਾ। ਇਸ ਕਰਕੇ ਸੇਵਕਾਂ ਨੂੰ ਠਹਿਰਾਇਆ ਜਾਂਦਾ ਹੈ ਚਰਚ ਦੇ ਵਿੱਚ। ਠੀਕ ਹੈ ਨਾ?
ਤੇ ਤੁਹਾਨੂੰ ਵੀ ਉਸੇ ਵਿਸ਼ਵਾਸ ਦੇ ਦੁਆਰਾ ਚੱਲਣਾ ਪਵੇਗਾ। ਕਦੇ ਵੀ ਤੁਸੀਂ ਬੇਪ੍ਰਤੀਤੀ ਨਹੀਂ ਕਰਨੀ, ਹਮੇਸ਼ਾ ਉਹਦੇ ਵਚਨ ਤੇ ਪ੍ਰਤੀਤ ਕਰਨੀ ਆ। ਤੇ ਜੇ ਪ੍ਰਤੀਤ ਕਰੋਗੇ ਤੇ ਜੋ ਮੰਗੋਗੇ ਸਭ ਕੁਝ ਤੁਹਾਨੂੰ ਮਿਲੂਗਾ। ਹੁਣ ਅਸੀਂ ਬਾਈਬਲ ਵਿੱਚ ਦੇਖਦੇ ਹਾਂ, ਜਦੋਂ ਯੀਸ਼ੂ ਮਸੀਹ ਪੈਦਾ ਹੋਇਆ ਸੀਗਾ ਤੇ ਬਾਈਬਲ ਦੇ ਵਿੱਚ ਅਸੀਂ ਵੇਖਦੇ ਹਾਂ ਉੱਥੇ ਇੱਕ ਮਨੁੱਖ ਸੀਗਾ ਜਿਹਨੂੰ ਖੁਦਾ ਨੇ ਕਿਹਾ ਸੀ ਜਦੋਂ ਤੱਕ ਤੂੰ ਮੈਨੂੰ ਨਾ ਵੇਖੇ ਤੂੰ ਕਦੇ ਮਰੇਗਾ ਨਹੀਂ। ਉਹਦੇ ਨਾਲ ਵਾਅਦਾ ਕੀਤਾ ਸੀਗਾ। ਅਤੇ ਵੇਖੋ ਯਰੂਸ਼ਲਮ ਵਿੱਚ ਸ਼ਿਮਯੋਨ ਕਰਕੇ ਇੱਕ ਮਨੁੱਖ ਸੀ, ਉਹ ਧਰਮੀ ਅਤੇ ਭਗਤ ਲੋਕ ਸੀ ਅਤੇ ਇਸਰਾਇਲ ਦੀ ਤਸੱਲੀ ਦੀ ਉਡੀਕ ਕਰਦਾ ਸੀ ਅਤੇ ਪਵਿੱਤਰ ਆਤਮਾ ਉਸਦੇ ਉੱਪਰ ਸੀ। ਸ਼ਿਮਯੋਨ ਨਾਮ ਦਾ ਇੱਕ ਮਨੁੱਖ ਸੀਗਾ, ਉਹਨੂੰ ਖੁਦਾ ਨੇ ਕਿਹਾ ਸੀਗਾ ਜਦੋਂ ਤੱਕ ਤੂੰ ਮੈਨੂੰ ਵੇਖ ਨਾ ਲਵੇਂ। ਜਦੋਂ ਯੀਸ਼ੂ ਮਸੀਹ ਨੇ ਧਰਤੀ ਤੇ ਆਣਾ ਸੀ ਜਨਮ ਲੈ ਕੇ, ਤੇ ਪ੍ਰਭੂ ਨੇ ਉਹਨੂੰ ਪਹਿਲੇ ਦੱਸਤਾ ਸੀ ਜਦ ਤੱਕ ਤੂੰ ਮੈਨੂੰ ਦੇਖੇਗਾ ਨਹੀਂ ਤੂੰ ਮਰੇਗਾ ਨਹੀਂ, ਜਦ ਤੱਕ ਤੂੰ ਮਸੀਹ ਨੂੰ ਨਹੀਂ ਵੇਖੇਗਾ। ਤੇ ਤੁਹਾਨੂੰ ਪਤਾ ਲੋਕਾਂ ਨੇ ਬਹੁਤ ਉਹਦਾ ਮਜ਼ਾਕ ਉਡਾਇਆ। ਉਹ ਕਹਿੰਦੇ ਤੂੰ ਖੁਦਾ ਨੂੰ ਕਿੱਦਾਂ ਦੇਖ ਸਕਦਾ ਹੈ, ਇਹ ਕਿੱਦਾਂ ਹੋ ਸਕਦਾ ਖੁਦਾ ਨੀਚੇ ਆਵੇ। ਬੜਾ ਉਹਦਾ ਮਜ਼ਾਕ ਉਡਾਇਆ, ਲੇਕਿਨ ਉਹਦੇ ਕੋਲ ਵਿਸ਼ਵਾਸ ਸੀਗਾ, ਉਹਦੇ ਕੋਲ ਪਵਿੱਤਰ ਆਤਮਾ ਸੀ। ਹੁਣ ਸਾਡੇ ਯੁੱਗ ਦੇ ਨਬੀ ਨੇ ਕਿਹਾ, ਵਚਨ ਪੜਨ ਦੌਰਾਨ ਅਸੀਂ ਸ਼ਿਮਯੋਨ ਨਾਮੇ ਇੱਕ ਬੁੱਢੇ ਮਨੁੱਖ ਨੂੰ ਵੇਖਿਆ ਹੈ। ਸ਼ਾਇਦ ਉਸਦੀ ਦਾੜੀ ਚਿੱਟੀ ਅਤੇ ਚਿੱਟੇ ਵਾਲਾਂ ਨਾਲ ਲਗਭਗ 80 ਕੁ ਸਾਲਾਂ ਦਾ ਬੁੱਢਾ ਸੀਗਾ। ਸਾਡੇ ਯੁੱਗ ਦੇ ਨਬੀ ਨੇ ਕਿਹਾ 80 ਕੁ ਸਾਲ ਦੀ ਉਮਰ ਹੋਈ ਹੋਵੇਗੀ ਉਹਦੀ, ਅਤੇ ਬਹੁਤ ਹੀ ਪਵਿੱਤਰ ਅਤੇ ਧਰਮੀ ਪੁਰਖ ਸੀ ਅਤੇ ਪਵਿੱਤਰ ਆਤਮਾ ਉਸਦੇ ਉੱਤੇ ਪ੍ਰਗਟ ਕੀਤਾ। ਜਦੋਂ ਤੱਕ ਉਹ ਮਸੀਹ ਨੂੰ ਨਾ ਵੇਖੇ ਨਹੀਂ ਮਰੇਗਾ। ਕਿਹਨੇ ਪ੍ਰਗਟ ਕੀਤਾ ਸੀ? ਖੁਦ ਖੁਦਾ ਨੇ ਕਿਹਾ ਸੀ ਜਦੋਂ ਤੱਕ ਤੂੰ ਮੈਨੂੰ ਨਾ ਵੇਖੇ ਤੂੰ ਮਰੇਗਾ ਨਹੀਂ। ਹੁਣ ਉਹਨੂੰ ਵਿਸ਼ਵਾਸ ਸੀ ਜੋ ਖੁਦਾ ਨੇ ਕਿਹਾ ਉਹ ਪੂਰਾ ਹੋਵੇਗਾ। ਹੁਣ ਜਿੱਦਾਂ ਇਬਰਾਹਿਮ ਨੂੰ ਵਿਸ਼ਵਾਸ ਸੀ ਵੀ ਜੇ ਖੁਦਾ ਨੇ ਕਿਹਾ ਪੁੱਤਰ ਹੋਵੇਗਾ ਤੇ ਹੋਵੇਗਾ, ਚਾਹੇ 25 ਸਾਲ ਬਾਅਦ ਹੋਇਆ ਲੇਕਿਨ ਹੋਇਆ। ਇਸ ਕਰਕੇ ਇਬਰਾਹਿਮ ਨੂੰ ਵਿਸ਼ਵਾਸ ਦਾ ਪਿਤਾ ਆਖਿਆ ਜਾਂਦਾ ਹੈ। ਅਤੇ ਉਹ ਲੋਕਾਂ ਨੂੰ ਇਹ ਦੱਸਣ ਤੋਂ ਡਰਿਆ ਨਹੀਂ ਕਿ ਜਦ ਤੱਕ ਉਹ ਮਸੀਹ ਨੂੰ ਨਾ ਵੇਖੇ ਨਹੀਂ ਮਰੇਗਾ। ਉਹਨੇ ਕੋਈ ਮਤਲਬ ਲੁਕੋ ਨਹੀਂ ਰੱਖਿਆ, ਉਹਨੇ ਲੋਕਾਂ ਨੂੰ ਦੱਸਿਆ, ਕਹਿੰਦਾ ਮੈਂ ਮਸੀਹ ਨੂੰ ਦੇਖ ਕੇ ਹੀ ਮਰੂੰਗਾ। ਮੈਂ ਜਦੋਂ ਮੁਕਤੀਦਾਤਾ ਨੀਚੇ ਆਊਗਾ ਉਹਨੂੰ ਦੇਖੂੰਗਾ ਮੈਂ ਤਾਂ ਹੀ ਮਰੂੰਗਾ, ਉਦ ਤੱਕ ਮੈਂ ਮਰਨਾ ਨਹੀਂ ਹੈ। ਤੇ ਜਦੋਂ ਉਹਨੇ ਪ੍ਰਭੂ ਨੂੰ ਦੇਖਿਆ ਉਹਦੇ ਬਾਅਦ ਉਹਦੀ ਮੁਕਤੀ ਹੋਈ। ਕਹਿਣ ਦਾ ਮਤਲਬ ਉਹਨੇ ਵਿਸ਼ਵਾਸ ਕੀਤਾ। ਕਿੰਨਾ ਸਮਾਂ ਉਹਨੇ ਵੇਟ ਕੀਤੀ ਹੋਣੀ ਹੈ, ਉਹਨੂੰ ਮੌਤ ਨਹੀਂ ਆਈ, ਮੌਤ ਉਹਦੇ ਕੋਲ ਨਹੀਂ ਆਈ ਜਦ ਤੱਕ ਉਹਨੇ ਪ੍ਰਭੂ ਨੂੰ ਦੇਖਿਆ ਨਹੀਂ। ਤੇ ਦੇਖੋ ਕਿੱਦਾਂ ਦੇ ਵਿਸ਼ਵਾਸੀ ਬਾਈਬਲ ਦੇ ਵਿੱਚ ਆ। ਸਾਨੂੰ ਸਿੱਖ ਲੈਣੀ ਚਾਹੀਦੀ ਆ, ਆਪਣੇ ਹੌਸਲੇ ਨੂੰ ਬੁਲੰਦ ਕਰਨਾ ਚਾਹੀਦਾ। ਕਦੇ ਵੀ ਤੁਹਾਡਾ ਵਿਸ਼ਵਾਸ ਡਗਮਗਾਏ ਨਾ। ਇਹ ਨਾ ਸੋਚੋ ਵੀ ਮੈਂ ਪ੍ਰਾਰਥਨਾ ਕਰਵਾਈ ਆ ਪ੍ਰਭੂ ਜੀ ਅੱਜ ਆਰਾਮ ਨਹੀਂ ਆਇਆ, ਹੋ ਸਕਦਾ ਕੱਲ ਆਰਾਮ ਆਵੇ, ਪਰਸੋਂ ਆਵੇਗਾ ਜ਼ਰੂਰ, ਗਾਰੰਟੀ ਦਿੰਦਾ ਇਸ ਗੱਲ ਦੀ। ਇਹ ਨਹੀਂ ਵੀ ਪ੍ਰਭੂ ਤੁਹਾਨੂੰ ਛੱਡਣ ਲੱਗਾ, ਪ੍ਰਭੂ ਕਦੇ ਛੱਡਦਾ ਨਹੀਂ ਹੈ ਨਾ। ਸਿਰਫ ਤੁਸੀਂ ਵਿਸ਼ਵਾਸ ਕਰ ਲਓ ਪ੍ਰਭੂ ਜੀ ਮੇਰਾ ਮੁਕਤੀ ਦਾਤਾ ਤੂੰ ਆ, ਮੇਰਾ ਚੰਗਿਆਈ ਦਾਤਾ ਤੂੰ ਆ। ਠੀਕ ਹੈ, ਚੰਗਿਆਈ ਤੁਹਾਨੂੰ ਮਿਲ ਜੂਗੀ, ਮਿਲੂਗੀ ਨਹੀਂ ਸਮਝ ਲਓ ਮਿਲ ਚੁੱਕੀ ਹੈ। ਕਿਉਂਕਿ ਯੀਸ਼ੂ ਮਸੀਹ ਨੇ 2022 ਸਾਲ ਪਹਿਲਾਂ ਹੀ ਕਲਵਰੀ ਕਰੂਸ ਤੇ ਆਪਣੀ ਜਾਨ ਦੇ ਦਿੱਤੀ ਹੈ। ਠੀਕ ਹੈ ਨਾ, ਉਹ ਤੁਹਾਡੀ ਚੰਗਿਆਈ ਦੇ ਲਈ ਉਹਨੇ ਆਪਣੀ ਜਾਨ ਪਹਿਲੇ ਦੇ ਦਿੱਤੀ, ਲਹੂ ਬਹਾ ਦਿੱਤਾ ਗਿਆ ਹੈ। ਸਿਰਫ ਕੀ ਕਰਨਾ? ਵਿਸ਼ਵਾਸ ਹੀ ਕਰਨਾ, ਹੋਰ ਕੁਝ ਨਹੀਂ ਕਰਨਾ। ਤੇ ਕੀ ਅਸੀਂ ਵਿਸ਼ਵਾਸ ਵੀ ਨਹੀਂ ਕਰ ਸਕਦੇ? ਕੱਲਾ ਵਿਸ਼ਵਾਸ ਕਰੋ ਤੇ ਸਭ ਕੁਝ ਤੁਹਾਨੂੰ ਮਿਲੂਗਾ। ਕਿਉਂਕਿ ਬਾਈਬਲ ਇਸੇ ਤਰ੍ਹਾਂ ਬਿਆਨ ਕਰਦੀ ਹੈ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸਭ ਕੁਝ ਸੰਭਵ ਹੈ। और साढ़े युग दे नबी ने कहा अब आपको एक ही काम करने की आवश्यकता है कि आप अपनी चंगियाई में और भी ऊपर उठ जाएं। आपको इस बात की जरूरत है कि आपके पास और भी ज्यादा विश्वास हो जाए और आप बस विश्वास में ऊपर की ओर बढ़ते जाएं और जोर लगाते रहें और आप ऐसा ही करते रहें। अगर आप बीमार हैं और आप एक सच्चे मसीह नहीं है। ਸਾਡੇ ਯੁੱਗ ਦੇ ਨਬੀ ਨੇ ਕਿਹਾ, ਬ੍ਰਦਰ ਬ੍ਰਾਹਨਮ ਨੇ ਕਿਹਾ, ਕਹਿੰਦਾ ਜੇ ਤੁਸੀਂ ਬਿਮਾਰ ਹੋ, ਇੱਕ ਸੱਚੇ ਮਸੀਹ नहीं हो, तो आप ठीक इसी समय एक सच्चे मसीही बन जाएं, एक सच्चे मसीह बन जाओ। ਤੁਹਾਨੂੰ ਪਤਾ ਖੁਦਾ ਕਿਸ ਦਾ ਧਰਮ ਨਹੀਂ ਬਦਲਦਾ। ਲੋਕ ਕਹਿੰਦੇ ਖੁਦਾ ਵੀ ਕ੍ਰਿਸਚੀਅਨ ਲੋਕ ਧਰਮ ਬਦਲ ਦਿੰਦੇ ਆ, ਹਿੰਦੂਆਂ ਨੂੰ ਕ੍ਰਿਸਚੀਅਨ ਬਣਾ ਦਿੰਦੇ ਆ। ਕਿ ਕੋਈ ਇਦਾਂ ਹੋ ਸਕਦਾ? ਕੋਈ ਕਿਸੇ ਦੀ ਸੋਚਾਂ ਵਿਚਾਰਾਂ ਨੂੰ ਬਦਲ ਸਕਦਾ ਆ? ਕਦੇ ਵੀ ਨਹੀਂ। तो आप ठीक इसी समय एक सच्चे मसीही बन जाएं, क्योंकि यीशु मसीह किस दा धर्म नहीं बदलता। यीशु मसीह हिरदे नूं बदल दिंदा है, वो हिरदियां नूं बदल दिंदा है, धर्म नहीं बदलता खुदावन। ठीक है ना, वो हिरदे नूं बदल दिंदा है ताकि एक सच्चा मसीही बनने के द्वारा चंगा करने वाली सामर्थ आपके भीतर आ जाए। कहता जे तुसीं एक वधिया मसीह बन जाओगे, चंगा करने वाली सामर्थ तुहाडे अंदर आ जाएगी ते तुहानूं की मिलूगी? चंगियाई, और वही आपसे ऊपर चलने का विश्वास प्रदान करेगी। ठीक है ना, वही तुहानूं ऊपर चलने के लिए विश्वास की करूगी? प्रदान करूगी और आपको विश्वास देगी।
आओ ਅਸੀਂ ਕੱਢਾਂਗੇ ਮਰਕੁਸ 11 ਦੀ 20 ਕੱਢਾਂਗੇ। ਮਰਕੁਸ 11 ਦੀ 20। ਮਰਕੁਸ 11 ਦੀ 20। ਸਵੇਰ ਨੂੰ ਜਾਂ ਉੱਪਰ ਦੀ ਲੰਗੇ ਤਾਂ ਡਿੱਠਾ ਜੋ ਉਹ ਹੰਜੀਰ ਦਾ ਬਿਰਛ ਜੜੋਂ ਸੁੱਕਿਆ ਗਿਆ ਹੈ। ਤਦ ਪਤਰਸ ਨੇ ਚੇਤੇ ਕਰਕੇ ਉਸ ਨੂੰ ਆਖਿਆ, ਸਵਾਮੀ ਜੀ ਵੇਖ ਹੰਜੀਰ ਦਾ ਵ੍ਰਿਕਸ਼ ਜਿਸ ਨੂੰ ਤੈਂ ਸ਼ਰਾਬ ਦਿੱਤਾ ਸੀ ਸੁੱਕ ਗਿਆ। ਹੁਣ ਤੁਹਾਨੂੰ ਪਤਾ ਬਾਈਬਲ ਦੇ ਵਿੱਚ ਲਿਖਿਆ ਹੋਇਆ ਯੀਸ਼ੂ ਮਸੀਹ ਇੱਕ ਜਗ੍ਹਾ ਤੋਂ ਨਿਕਲ ਰਿਹਾ ਸੀਗਾ, ਉੱਥੇ ਇੱਕ ਹੰਜੀਰ ਦਾ ਵ੍ਰਿਕਸ਼ ਸੀਗਾ, ਉਹਨੂੰ ਫਲ ਨਹੀਂ ਸੀ ਲੱਗੇ ਹੋਏ, ਤੇ ਪ੍ਰਭੂ ਨੇ ਕੀ ਕੀਤਾ, ਉਹਨੂੰ ਸ਼ਰਾਬ ਦੇ ਦਿੱਤਾ, ਉਸ ਵ੍ਰਿਕਸ਼ ਨੂੰ ਸ਼ਰਾਬ ਦੇ ਦਿੱਤਾ, ਉਹ ਸੁੱਕ ਗਿਆ ਸੀਗਾ। ਤੇ ਕੀ ਹੋਇਆ, ਜਦੋਂ ਆਪਣੇ ਚੇਲਿਆਂ ਦੇ ਨਾਲ ਵਾਪਸ ਆ ਰਿਹਾ ਸੀ ਉਸ ਸਥਾਨ ਦੇ ਵਿੱਚੋਂ ਦੀ, ਤੇ ਕੀ ਹੋਇਆ, ਜਿਹੜਾ ਪਤਰਸ ਸੀਗਾ ਉਹਦਾ ਚੇਲਾ, ਯੀਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, ਪਰਮੇਸ਼ਰ ਉੱਤੇ ਨਿਸ਼ਚੈ ਰੱਖੋ, ਮੈਂ ਤੁਹਾਨੂੰ ਸੱਚ ਆਖਦਾ ਹਾਂ ਭਈ ਜੋ ਕੋਈ ਇਸ ਪਹਾੜ ਨੂੰ ਕਹੇ ਉੱਠ ਅਤੇ ਸਮੁੰਦਰ ਵਿੱਚ ਜਾ ਪਾਓ ਅਤੇ ਆਪਣੇ ਮਨ ਵਿੱਚ ਭਰਮ ਨਾ ਕਰੇ ਅਤੇ ਪ੍ਰਤੀਤ ਕਰੇ ਕਿ ਜਿਹੜੀਆਂ ਗੱਲਾਂ ਮੈਂ ਆਖਦਾ ਹਾਂ ਉਹ ਹੁੰਦੀਆਂ ਹਨ, ਤਾਂ ਉਹ ਹੋ ਜਾਵੇਗਾ। ਹੁਣ ਉਹਦੇ ਚੇਲੇ ਨੇ ਕਿਹਾ, ਪ੍ਰਭੂ ਤੂੰ ਸ਼ਰਾਪ ਦਿੱਤਾ ਸੀ ਤੇ ਸੱਚਮੁੱਚ ਜਿਹੜਾ ਵ੍ਰਿਕਸ਼ ਸੀ ਸੁੱਕ ਗਿਆ। ਤੇ ਪ੍ਰਭੂ ਨੇ ਕਿਹਾ, ਜੇ ਤੁਸੀਂ ਵਿਸ਼ਵਾਸ ਕਰੋ ਤੇ ਪਹਾੜ ਨੂੰ ਵੀ ਕਹੋ ਉਖੜ ਜਾ ਤੇ ਸਮੁੰਦਰ ਵਿੱਚ ਡਿੱਗ ਜਾ ਕੇ, ਤੇ ਉਸੇ ਤਰ੍ਹਾਂ ਹੋ ਜਾਊਗਾ। ਪਹਾੜ ਦਾ ਮਤਲਬ ਆ ਵੱਡੀਆਂ ਪਰੇਸ਼ਾਨੀਆਂ। ਦੁਸ਼ਟਾਂਤ ਲਿਖਿਆ ਹੈ, ਵੱਡੀਆਂ ਪਰੇਸ਼ਾਨੀਆਂ ਦੀ ਵੀ ਕਹੋਗੇ ਨਾ, ਵੱਡੀ ਤੋਂ ਵੱਡੀ ਪਰੇਸ਼ਾਨੀ ਨੂੰ ਵੀ ਉਖੜ ਜਾ, ਤੇ ਕੀ ਹੋਵੇਗਾ, ਉਖੜ ਜਾਵੇਗੀ। ਇਸ ਲਈ ਮੈਂ ਤੁਹਾਨੂੰ ਆਖਦਾ ਹਾਂ, ਜੋ ਕੁਝ ਤੁਸੀਂ ਪ੍ਰਾਰਥਨਾ ਵਿੱਚ ਮੰਗ ਕੇ ਕਰੋ, ਪ੍ਰਾਰਥਨਾ ਵਿੱਚ ਕਰਕੇ ਮੰਗੋ, ਪ੍ਰਤੀਤ ਕਰੋ ਜੋ ਤੁਹਾਨੂੰ ਮਿਲ ਗਿਆ ਤਾਂ ਤੁਹਾਨੂੰ ਮਿਲੇਗਾ। ਕਦੇ ਕਦੇ ਤੁਸੀਂ ਖਲੋ ਕੇ, ਜਦ ਕਦੇ ਤੁਸੀਂ ਖਲੋ ਕੇ ਪ੍ਰਾਰਥਨਾ ਕਰਦੇ ਹੋ, ਜੇ ਤੁਹਾਡਾ ਕਿਸ ਨਾਲ ਕੋਈ ਵਿਰੋਧ ਹੋਵੇ ਤਾਂ ਉਸ ਨੂੰ ਮਾਫ ਕਰੋ। ਬਾਈਬਲ ਬਿਆਨ ਕਰਦੀ, ਜੇ ਤੁਹਾਡਾ ਕਿਸ ਨਾਲ ਵਿਰੋਧ ਆ ਉਸ ਨੂੰ ਮਾਫ ਕਰ ਦਿਓ। ਆਪਣੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਖੋੜ ਨਾ ਰੱਖੋ, ਚਾਹੇ ਤੁਹਾਡੇ ਨਾਲ ਕਿਸ ਨੇ ਵੀ ਜਿੰਨਾ ਮਰਜ਼ੀ ਬੁਰਾ ਕੀਤਾ ਹੋਵੇ, ਕਹੋ ਪ੍ਰਭੂ ਜੀ ਮੈਂ ਤੇਰੇ ਨਾਮ 'ਚ ਇਹਨੂੰ ਮਾਫ ਕਰ ਦਿੱਤਾ, ਠੀਕ ਹੈ ਨਾ। ਫਿਰ ਪ੍ਰਭੂ ਜਾਣੇ ਤੇ ਉਹ ਜਾਣੇ, ਠੀਕ ਹੈ ਨਾ। ਆਪਣੇ ਮਨ ਨੂੰ ਸਾਫ਼ ਰੱਖਣਾ ਖੁਦਾ ਦੇ ਅੱਗੇ। ਤੇ ਬਾਈਬਲ ਬਿਆਨ ਕਰਦੀ, ਜੋ ਕੁਝ ਤੁਸੀਂ ਪ੍ਰਾਰਥਨਾ ਵਿੱਚ ਮੰਗੋਗੇ ਤੁਹਾਡੇ ਵਾਸਤੇ ਹੋ ਜਾਵੇਗਾ। ਜੇ ਤੁਸੀਂ ਕੁਝ ਵੀ ਮੰਗ ਲਓ ਪ੍ਰਾਰਥਨਾ ਵਿੱਚ, ਪ੍ਰਭੂ ਮੈਨੂੰ ਬਰਕਤ ਚਾਹੀਦੀ, ਮੈਨੂੰ ਆਸ਼ੀਸ਼ ਚਾਹੀਦੀ, ਮੈਨੂੰ ਚੰਗਿਆਈ ਚਾਹੀਦੀ, ਮੈਨੂੰ ਜੀਵਨ ਚਾਹੀਦਾ, ਜੋ ਵੀ ਮੰਗੋਗੇ ਤੁਹਾਨੂੰ ਮਿਲੇਗਾ। ਵਿਸ਼ਵਾਸ ਵਾਲੀ ਪ੍ਰਾਰਥਨਾ ਦੇ ਨਾਲ ਮੰਗੋ ਤੇ ਖੁਦਾਵੰਦ ਸਭ ਕੁਝ ਸੰਭਵ ਕਰਦਾ ਹੈ। ਖੁਦਾ ਦੇ ਅੱਗੇ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਆ ਜਿਹੜੀ ਉਹ ਕਰ ਨਹੀਂ ਸਕਦਾ, ਠੀਕ ਹੈ ਨਾ। ਇਸ ਕਰਕੇ ਸਾਡੇ ਯੁੱਗ ਦੇ ਨਬੀ ਨੇ ਕਿਹਾ, ਜੇ ਡਾਕਟਰ ਨੇ ਜਵਾਬ ਵੀ ਦੇ ਦਿੱਤਾ ਹੈ ਨਾ ਵੀ ਤੂੰ ਕਦੇ ਸਹੀ ਨਹੀਂ ਹੋ ਸਕਦਾ, ਤੂੰ ਕਦੇ ਸਹੀ ਨਹੀਂ ਹੋ ਸਕਦੀ, ਠੀਕ ਹੈ, ਤੇ ਉਸ ਗੱਲ ਤੇ ਵਿਸ਼ਵਾਸ ਨਹੀਂ ਕਰਨਾ, ਵਚਨ ਤੇ ਵਿਸ਼ਵਾਸ ਕਰਨਾ, ਖੁਦਾ ਤੇ ਵਿਸ਼ਵਾਸ ਕਰਨਾ। ਕਿਉਂਕਿ ਡਾਕਟਰਾਂ ਨੂੰ ਕਿਹਨੇ ਬਣਾਇਆ, ਖੁਦਾ ਨੇ। ਕਿਹਨੇ ਦਿਮਾਗ ਦਿੱਤਾ ਹੈ ਵੀ ਤੁਸੀਂ ਆਪਰੇਸ਼ਨ ਕਿੱਦਾਂ ਕਰਨਾ, ਖੁਦਾ ਨੇ ਦਿਮਾਗ ਦਿੱਤਾ ਉਹਨਾਂ ਨੂੰ, ਖੁਦਾ ਨੇ ਸਮਝ ਦਿੱਤੀ ਆ। ਜੇ ਖੁਦਾਵੰਦ ਖੁਦ ਤੁਹਾਡਾ ਆਪਰੇਸ਼ਨ ਕਰ ਦਿੰਦਾ ਹੈ, ਜੇ ਤੁਸੀਂ ਵਿਸ਼ਵਾਸ ਕਰਦੇ ਹੋ, ਠੀਕ ਹੈ ਨਾ, ਤੁਹਾਨੂੰ ਕਿਸੇ ਡਾਕਟਰ ਤੇ ਵਿਸ਼ਵਾਸ ਕਰਨ ਦੀ ਲੋੜ ਨਹੀਂ ਹੈ। ਵਿਸ਼ਵਾਸ ਕਰੋ ਉਹਦੇ ਵਚਨ ਤੇ, ਕਹੋ ਪ੍ਰਭੂ ਜੀ ਮੈਨੂੰ ਬਣਾਉਣ ਵਾਲਾ ਤੂੰ। ਇੱਕ ਮਨੁੱਖ ਨੂੰ ਕੌਣ ਪੈਦਾ ਕਰਦਾ, ਕੌਣ ਬਣਾਉਂਦਾ ਹੈ, ਖੁਦਾ ਬਣਾਉਂਦਾ ਹੈ। ਤੇ ਉਹ ਖੁਦਾ ਕੀ ਤੁਹਾਡੀ ਬਿਮਾਰੀ ਨਹੀਂ ਚੰਗੀ ਕਰ ਸਕਦਾ? ਤੁਹਾਨੂੰ ਪਤਾ ਜਦੋਂ ਖੁਦਾ ਕੰਮ ਕਰਦਾ, ਜਿਨ੍ਹਾਂ ਦੀ ਲੱਤਾਂ ਛੋਟੀਆਂ ਵੱਡੀਆਂ ਹੁੰਦੀਆਂ ਉਹ ਵੀ ਬਰਾਬਰ ਹੋ ਜਾਂਦੀਆਂ ਪ੍ਰਾਰਥਨਾ ਦੇ ਦੁਆਰਾ। ਅੰਨਿਆਂ ਦੀ ਅੱਖਾਂ ਖੁੱਲ ਜਾਂਦੀਆਂ, ਕਿੱਦਾਂ ਖੁੱਲਦੀਆਂ? ਵਿਸ਼ਵਾਸ ਵਾਲੀ ਪ੍ਰਾਰਥਨਾ ਦੇ ਦੁਆਰਾ, ਠੀਕ ਹੈ ਨਾ। ਜਿਹੜਾ ਪ੍ਰਾਰਥਨਾ ਕਰ ਰਿਹਾ ਉਹ ਵੀ ਵਿਸ਼ਵਾਸੀ ਹੋਵੇ, ਤੇ ਜਿਹੜਾ ਪ੍ਰਾਰਥਨਾ ਕਰਵਾ ਰਿਹਾ ਉਹਦੇ ਅੰਦਰ ਵੀ ਵਿਸ਼ਵਾਸ ਹੋਵੇ ਵੀ ਪ੍ਰਭੂ ਯੀਸ਼ੂ ਮਸੀਹ ਮੈਨੂੰ ਚੰਗਾ ਕਰ ਸਕਦਾ ਆ, ਠੀਕ ਹੈ ਨਾ। ਕਦੇ ਵੀ ਸ਼ੰਕਾ ਨਾ ਕਰੋ, ਬਿਮਾਰੀ ਵੱਲ ਨਾ ਦੇਖੋ, ਵਚਨ ਵੱਲ ਦੇਖੋ, ਠੀਕ ਹੈ ਨਾ। ਵਚਨ ਵੱਲ ਦੇਖੋ, ਖੁਦਾ ਕਹਿੰਦਾ ਮੈਂ ਤੁਹਾਨੂੰ ਚੰਗਾ ਕਰਨ ਵਾਲਾ ਪਰਮੇਸ਼ਵਰ ਹਾਂ, ਤੇ ਜੋ ਉਹਨੇ ਕਿਹਾ ਉਹਦੇ ਤੇ ਵਿਸ਼ਵਾਸ ਕਰਨਾ। ਸ਼ੈਤਾਨ ਦੀ ਗੱਲ ਤੇ, ਡਾਕਟਰ ਦੀ ਗੱਲ ਤੇ ਵਿਸ਼ਵਾਸ ਨਹੀਂ ਕਰਨਾ, ਠੀਕ ਹੈ ਨਾ। ਵੀ ਡਾਕਟਰ ਨੇ ਕਹਿਤਾ ਤੂੰ ਕਦੇ ਚੰਗੀ ਨਹੀਂ ਹੋ ਸਕਦੀ, ਤੂੰ ਕਦੇ ਚੰਗਾ ਨਹੀਂ ਹੋ ਸਕਦਾ, ਇਸ ਗੱਲ ਤੇ ਕਦੇ ਵੀ ਵਿਸ਼ਵਾਸ ਨਹੀਂ ਕਰਨਾ। ਹਮੇਸ਼ਾ ਉਹਦੇ ਵਚਨ ਤੇ ਵਿਸ਼ਵਾਸ ਕਰੋ, ਤੇ ਕੀ ਹੋਵੇਗਾ, ਖੁਦਾਵੰਦ ਤੁਹਾਡੇ ਜੀਵਨ ਦੇ ਵਿੱਚ ਕੰਮ ਕਰੇਗਾ। ਅਸੀਂ ਕੱਢਦੇ ਹਾਂ ਯਹੂਨਾ 11 ਦੀ 32, ਯਹੂਨਾ 11 ਦੀ 32 ਕੱਢਾਂਗੇ। ਯਹੂਨਾ 11 ਦੀ 32। ਹੁਣ ਅਸੀਂ ਸਭ ਜਾਣਦੇ ਹਾਂ ਲਾਜ਼ਰ ਬਾਰੇ। ਲਾਜ਼ਰ ਖੁਦਾ ਪ੍ਰਭੂ ਯੀਸ਼ੂ ਮਸੀਹ ਦਾ ਫਰੈਂਡ ਸੀਗਾ, ਦੋਸਤ ਸੀਗਾ, ਤੇ ਬੜਾ ਪਿਆਰ ਸੀ ਉਹਦੇ ਨਾਲ। ਤੇ ਕੀ ਹੋਇਆ, ਇੱਕ ਦਿਨ ਲਾਜ਼ਰ ਦੀ ਡੈਥ ਹੋ ਗਈ, ਲਾਜ਼ਰ ਮਰ ਗਿਆ। ਤੇ ਪ੍ਰਭੂ ਯੀਸ਼ੂ ਮਸੀਹ ਕਿਤੇ ਗਿਆ ਹੋਇਆ ਸੀ ਸਫ਼ਰ ਦੇ ਵਿੱਚ, ਉਹਨੂੰ ਤੇ ਪ੍ਰਭੂ ਯੀਸ਼ੂ ਮਸੀਹ ਦੇ ਕੋਲ ਸੁਨੇਹਾ ਭੇਜਿਆ ਗਿਆ ਵੀ ਤੇਰਾ ਦੋਸਤ ਲਾਜ਼ਰ ਮਰ ਗਿਆ। ਤੇ ਕੀ ਹੋਇਆ,
ਸੋ ਜਾ ਮਰੀਅਮ ਉਸ ਥਾਂ ਆਈ ਜਿੱਥੇ ਯੀਸ਼ੂ ਸੀ ਤਾਂ ਉਸ ਨੂੰ ਵੇਖ ਕੇ ਉਸਦੇ ਪੈਰੀ ਪਈ ਅਤੇ ਉਸ ਨੂੰ ਆਖਿਆ, ਪ੍ਰਭੂ ਜੀ, ਜੇ ਤੂੰ ਇੱਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ। ਲਾਜ਼ਰ ਦੀ ਭੈਣ ਕਹਿ ਰਹੀ ਆ ਪ੍ਰਭੂ ਯੀਸ਼ੂ ਮਸੀਹ ਨੂੰ, ਕਹਿੰਦਾ ਪ੍ਰਭੂ ਜੇ ਤੂੰ ਇੱਥੇ ਹੁੰਦਾ ਤੇ ਮੇਰਾ ਭਰਾ ਨਾ ਮਰਦਾ। ਉਪਰੰਤ ਜਾ ਯੀਸ਼ੂ ਨੇ ਉਸ ਨੂੰ ਰੋਂਦਿਆਂ ਤੇ ਉਹਨਾਂ ਨੂੰ ਯਹੂਦੀਆਂ ਨੂੰ ਵੀ ਜੋ ਉਸਦੇ ਨਾਲ ਸਨ ਰੋਂਦੇ ਵੇਖਿਆ ਤਾਂ ਆਤਮਾ ਵਿੱਚ ਕਲਪਿਆ ਅਤੇ ਘਬਰਾਇਆ। ਹੁਣ ਪ੍ਰਭੂ ਯੀਸ਼ੂ ਮਸੀਹ ਸਰੀਰ ਦੇ ਵਿੱਚ ਸੀਗਾ। ਯੀਸ਼ੂ ਮਸੀਹ ਨੇ ਦੁੱਖ ਬਤੀਤ ਕੀਤਾ ਵੀ ਹਾਂ ਲਾਜ਼ਰ ਮਰ ਗਿਆ, ਲੇਕਿਨ ਕੀ ਹੋਇਆ ਜਦੋਂ ਯੀਸ਼ੂ ਮਸੀਹ ਕਬਰ ਤੇ ਗਿਆ ਤੇ 4 ਦਿਨ ਦੇ ਮੁਰਦੇ ਨੂੰ, ਜਿਹੜਾ 4 ਦਿਨ ਦਾ ਮਰਿਆ ਸੀ, ਉਹਨੂੰ ਕਹਿੰਦਾ ਲਾਜ਼ਰ ਬਾਹਰ ਆ। ਤੁਹਾਨੂੰ ਪਤਾ ਉਸ ਸਮੇਂ ਉਹ ਪਰਮੇਸ਼ਵਰ ਸੀਗਾ, ਉਹ ਮਨੁੱਖ ਸੀਗਾ ਜਦੋਂ ਰੋਇਆ, ਲੇਕਿਨ ਜਦੋਂ ਉਹਨੇ ਕਿਹਾ ਬਾਹਰ ਆ ਤੇ ਉਹ ਪਰਮੇਸ਼ਵਰ ਬਣ ਗਿਆ। ਤੇ ਕੀ ਹੋਇਆ, ਜਿਹੜਾ ਲਾਜ਼ਰ 4 ਦਿਨ ਦਾ ਮਰਿਆ ਹੋਇਆ ਸੀਗਾ ਉਹ ਕਬਰ ਦੇ ਵਿੱਚੋਂ ਬਾਹਰ ਆ ਗਿਆ। ਤੇ ਲੋਕਾਂ ਨੇ ਅਚੰਭਾ ਦੇਖਿਆ ਬਹੁਤ ਵੱਡਾ, ਕਿੰਨੇ ਵੱਡੇ ਵੱਡੇ ਕੰਮ ਪ੍ਰਭੂ ਯੀਸ਼ੂ ਮਸੀਹ ਨੇ ਕੀਤੇ। ਤੇ ਅੱਜ ਵੀ ਉਹੀ ਖੁਦਾ ਆ, ਉਹ ਕਦੇ ਬਦਲਦਾ ਨਹੀਂ ਹੈ। ਜੇ ਉਹਨੇ ਉਸ ਸਮੇਂ ਅੰਨ੍ਹਿਆਂ ਦੀ ਅੱਖਾਂ ਖੋਲੀਆਂ ਸੀ, ਅੱਜ ਵੀ ਖੋਲਦਾ ਹੈ। ਜੇ ਉਸ ਸਮੇਂ ਉਹਨੇ ਗੂੰਗੀਆਂ ਆਤਮਾਵਾਂ, ਗੂੰਗੀ ਆਤਮਾ ਹੁੰਦੀ ਆ ਜਿਹੜੀ ਅੰਦਰ ਬੈਠੀ ਹੁੰਦੀ ਆ, ਬਿਮਾਰੀ ਬਣ ਕੇ, ਪਰੇਸ਼ਾਨੀ ਬਣ ਕੇ, ਇਹ ਗੂੰਗੀ ਆਤਮਾ ਹੁੰਦੀ ਆ। ਤੇ ਪ੍ਰਭੂ ਨੇ ਗੂੰਗੀਆਂ ਆਤਮਾਵਾਂ ਨੂੰ ਵੀ ਕੱਢਿਆ ਤੇ ਅੱਜ ਵੀ ਉਹੀ ਖੁਦਾ ਆ, ਉਹ ਗੂੰਗੀਆਂ ਆਤਮਾਵਾਂ ਨੂੰ ਵੀ ਕੱਢਣ ਦੀ ਸ਼ਕਤੀ ਰੱਖਦਾ ਅੱਜ ਵੀ। ਠੀਕ ਹੈ ਨਾ, ਉਹਦੀ ਸ਼ਕਤੀ ਘਟੀ ਨਹੀਂ ਹੈ, ਕਿਉਂਕਿ ਖੁਦਾ ਹਮੇਸ਼ਾ ਖੁਦਾ ਹੀ ਰਹਿੰਦਾ ਹੈ, ਉਹ ਕਦੇ ਬਦਲਦਾ ਨਹੀਂ ਹੈ। ਉਹ ਕੱਲ ਵੀ ਖੁਦਾ ਸੀ, ਅੱਜ ਵੀ ਖੁਦਾ ਆ ਤੇ ਅੱਗੇ ਵੀ ਖੁਦਾ ਰਹੇਗਾ, ਯੁਗਾਂ ਨੂੰ ਯੁਗ ਉਹ ਇੱਕੋ ਜਿਹਾ ਖੁਦਾ ਹੈ। ਤੇ 4 ਦਿਨ ਦਾ ਜਿਹੜਾ ਮੁਰਦਾ ਸੀਗਾ ਉਹ ਚੰਗਾ ਹੋ ਗਿਆ, ਉਹਨੂੰ ਸ਼ਿਫਾ ਮਿਲੀ। ਠੀਕ ਹੈ ਨਾ, ਉਹ ਆਪਣੇ ਮੁਰਦੇਪਨ ਚੋਂ ਬਾਹਰ ਆਇਆ, ਉਹ ਜਿਉਂਦਾ ਹੋ ਗਿਆ। ਤਾਂ ਤੁਸੀਂ ਦੇਖੋ ਖੁਦਾਵੰਦ ਕਿੰਨੇ ਮਹਾਨ ਕੰਮ ਕਰਦਾ, ਕਿਹਦੇ ਦੁਆਰਾ? ਵਿਸ਼ਵਾਸ ਦੇ ਦੁਆਰਾ। ਹੁਣ ਵਿਸ਼ਵਾਸ ਕਿਹਨੇ ਕੀਤਾ ਸੀ? ਲਾਜ਼ਰ ਦੀ ਭੈਣ ਨੇ ਵਿਸ਼ਵਾਸ ਕੀਤਾ ਸੀਗਾ ਵੀ ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ ਇੰਨੀ ਪਾਵਰ ਆ, ਇੰਨੀ ਸ਼ਕਤੀ ਆ, ਮੁਰਦਿਆਂ ਨੂੰ ਵੀ ਜਿਵਾ ਸਕਦਾ ਹੈ। ਠੀਕ ਹੈ ਨਾ, ਇਸੇ ਤਰ੍ਹਾਂ ਇੱਕ ਲਹੂ ਬਹਿਣ ਦੀ ਬਿਮਾਰੀ ਸੀ ਇੱਕ ਔਰਤ ਨੂੰ 12 ਸਾਲ ਦੀ, ਤੇ ਉਸ ਸਮੇਂ ਵੀ ਉਹਨੇ ਵਿਸ਼ਵਾਸ ਕੀਤਾ ਵੀ ਮੈਂ ਜੇ ਪ੍ਰਭੂ ਦੇ ਪੱਲੇ ਨੂੰ ਛੂ ਲਵਾਂ ਤੇ ਚੰਗੀ ਹੋ ਜਾਵਾਂਗੀ। ਤੇ ਜਦੋਂ ਯੀਸ਼ੂ ਮਸੀਹ ਉੱਥੋਂ ਨਿਕਲ ਰਿਹਾ ਸੀਗਾ ਤੇ ਉਹ ਚੰਗੀ ਹੋ ਗਈ। ਤੇ ਪ੍ਰਭੂ ਨੂੰ ਪਤਾ ਲੱਗਿਆ ਵੀ ਮੇਰੇ ਅੰਦਰੋਂ ਸਾਮਰਥ ਨਿਕਲੀ ਹੈ। ਤੇ ਉਸ ਔਰਤ ਨੂੰ ਬੁਲਾਇਆ ਤੇ ਉਹ ਕਹਿੰਦੀ ਹਾਂ ਪ੍ਰਭੂ ਮੈਂ ਤੈਨੂੰ ਛੂਇਆ ਸੀਗਾ। ਉਹਨੇ ਵਿਸ਼ਵਾਸ ਦੇ ਦੁਆਰਾ ਉਹਨੂੰ ਛੂਇਆ ਸੀਗਾ ਤੇ ਕਿੱਦਾਂ ਉਹ ਚੰਗੀ ਹੋ ਗਈ। ਜੇ ਤੁਸੀਂ ਵਿਸ਼ਵਾਸ ਕਰ ਲਓ ਪ੍ਰਭੂ ਜੀ ਤੂੰ ਮੈਨੂੰ ਚੰਗਾ ਕਰਨ ਵਾਲਾ ਹੋਰ ਕੋਈ ਨਹੀਂ ਆ, ਤੇ ਤੁਸੀਂ ਖੁਦਾ ਦੇ ਪੱਲੇ ਨੂੰ ਛੂ ਲੈਂਦੇ ਹੋ, ਤੁਹਾਨੂੰ ਪਤਾ ਖੁਦਾ ਤੁਹਾਨੂੰ ਉਸੇ ਸਮੇਂ ਚੰਗਿਆਈ ਦੇ ਦੂਗਾ। ਕਦੇ ਵੀ ਚਿੰਤਾ ਨਹੀਂ ਕਰਨੀ, ਘਬਰਾਣਾ ਨਹੀਂ ਆ। ਅਸੀਂ ਕੱਢਾਂਗੇ ਮਰਕੁਸ 9:16 ਕੱਢਾਂਗੇ, ਮਰਕੁਸ 9:16। ਤਾਂ ਭੀੜ ਵਿੱਚੋਂ ਇੱਕ ਨੇ ਉਸ ਨੂੰ ਉੱਤਰ ਦਿੱਤਾ, ਗੁਰੂ ਜੀ ਮੈਂ ਆਪਣਾ ਪੁੱਤਰ ਜਿਸ ਨੂੰ ਗੂੰਗੀ ਰੂਹ ਚਮੜੀ ਹੋਈ ਹੈ ਤੇਰੇ ਕੋਲ ਲਿਆਇਆ, ਔਰ ਉਹ ਜਿੱਥੇ ਕਿਤੇ ਉਸ ਨੂੰ ਫੜਦੀ ਹੈ ਉਸ ਨੂੰ ਪਟਕਾ ਦਿੰਦੀ ਹੈ ਅਤੇ ਉਸ ਝੱਗ ਛੱਡਦਾ ਹੈ ਤੇ ਗੰਧ ਪੀਂਦਾ ਅਤੇ ਸੁੱਕਦਾ ਜਾਂਦਾ ਹੈ। ਇੱਕ ਮਨੁੱਖ ਸੀ ਜਿਹਦਾ ਬੇਟਾ ਸੀਗਾ, ਉਹਨੂੰ ਕਿਹੜੀ ਆਤਮਾ ਚਿੰਬੜੀ ਸੀ? ਗੂੰਗੀ ਆਤਮਾ। ਗੂੰਗੀ ਆਤਮਾ ਨੂੰ ਚਿੰਬੜੀ ਹੋਈ ਸੀ ਤੇ ਉਹ ਨੀਚੇ ਗਿਰ ਜਾਂਦਾ ਸੀਗਾ, ਉਹਨੂੰ ਬਾਰ-ਬਾਰ ਉਹਦੇ ਮੂੰਹ ਚੋਂ ਝਿੱਗ ਨਿਕਲਦੀ ਸੀਗੀ। ਤੇ ਪ੍ਰਭੂ ਯੀਸ਼ੂ ਮਸੀਹ ਨੇ ਕੀ ਕਿਹਾ ਉਸ ਸਮੇਂ? ਉਸਨੇ ਉਸ ਨੂੰ ਕੋਲ ਸੱਦ ਕੇ ਲਿਆਏ ਅਤੇ ਜਾਂ ਉਸ ਨੂੰ ਵੇਖਿਆ ਤਾਂ ਰੂਹ ਨੇ ਉਸੇ ਵੇਲੇ ਉਸ ਨੂੰ ਵੱਡਾ ਮਰੋੜਿਆ ਤੇ ਉਹ ਭੁੰਜੇ ਡਿੱਗ ਪਿਆ ਅਤੇ ਝੱਗ ਛੱਡਦਾ ਹੋਇਆ ਲੇਟਣ ਲੱਗਾ। ਉਸਨੇ ਉਸਦੇ ਪਿਓ ਨੂੰ ਪੁੱਛਿਆ ਕਿੰਨੇ ਕੁ ਚਿਰ ਤੋਂ ਇਹ ਉਸਦੇ ਵਿੱਚ ਹੈ? ਕਹਿੰਦਾ ਕਿੰਨਾ ਚਿਰ ਹੋ ਗਿਆ ਵੀ ਇਦਾਂ ਹੀ ਹੋ ਰਿਹਾ? ਉਹ ਬੋਲਿਆ ਛੋਟੇ ਹੁੰਦਿਆਂ ਤੋਂ ਹੀ, ਬਚਪਨ ਤੋਂ ਹੀ ਉਹਨੂੰ ਰੂਹ ਬਦਰੂ ਚੰਬੜੀ ਹੋਈ ਸੀ। ਠੀਕ ਹੈ ਨਾ, ਉਹਨੂੰ ਮਿਰਗੀ ਦੇ ਦੌਰੇ ਪੈਂਦੇ ਸੀ ਬੱਚੇ ਨੂੰ, ਜਦੋਂ ਉਹਨੂੰ ਦੌਰੇ ਪੈਂਦੇ ਸੀ ਉਹ ਜਿੱਥੇ ਮਰਜ਼ੀ ਗਿਰ ਜਾਂਦਾ ਸੀਗਾ। ਤੁਹਾਨੂੰ ਪਤਾ ਜਿਹਨੂੰ ਮਿਰਗੀ ਦਾ ਦੌਰਾ ਪੈਂਦਾ, ਜਦੋਂ ਦੰਦ ਪੀਂਦਾ ਆ ਉਹਦੀ ਜ਼ਬਾਨ ਵੀ ਕੱਟੀ ਜਾਂਦੀ ਆ। ਤੇ ਉਹਦਾ ਪਿਓ ਕਹਿੰਦਾ ਬਚਪਨ ਤੋਂ ਹੀ, ਉਹ ਬੋਲਿਆ ਛੋਟੇ ਹੁੰਦਿਆਂ ਤੋਂ ਹੀ। ਅਤੇ ਕਈ ਵਾਰੀ ਉਸਨੇ ਇਸ ਨੂੰ ਅੱਗ ਵਿੱਚ ਅਤੇ ਪਾਣੀ ਵਿੱਚ ਵੀ ਸੁੱਟਿਆ। ਉਹ ਜਿਹੜਾ ਦੁਸ਼ਟ ਆਤਮਾ ਸੀ ਕਦੇ ਉਹਨੂੰ ਅੱਗ 'ਚ ਸਿੱਟ ਦਿੰਦਾ ਸੀ, ਕਦੇ ਪਾਣੀ 'ਚ ਸਿੱਟ ਦਿੰਦਾ ਸੀ, ਫਿਰ ਉਹਨੂੰ ਬਚਾ ਲੈਂਦੇ ਸੀ ਉਹਦੇ ਮਾਪਿਓ। ਲੇਕਿਨ ਜਦੋਂ ਯੀਸ਼ੂ ਮਸੀਹ ਦੇ ਕੋਲ ਆਏ, ਭਾਈ ਜਿਸ ਦਾ ਨਾਸ਼ ਕਰੇ, ਪਰ ਜੇ ਤੁਸੀਂ ਕੁਝ ਕਰ ਸਕਦੇ ਹੋ ਤਾਂ ਸਾਡੇ ਉੱਤੇ ਤਰਸ ਖਾ ਕੇ ਸਾਡੀ ਸਹਾਇਤਾ ਕਰੋ। ਬੱਚੇ ਦਾ ਪਿਤਾ ਕਹਿੰਦਾ ਜੇ ਤੁਸੀਂ ਕੁਝ ਕਰ ਸਕਦੇ ਹੋ ਸਾਡੇ ਤੇ ਦਇਆ ਕਰੋ, ਸਾਡੀ ਸਹਾਇਤਾ ਕਰੋ। ਯੀਸ਼ੂ ਨੇ ਉਸ ਨੂੰ ਆਖਿਆ ਜੇ ਤੁਸੀਂ ਕਰ ਸਕਦੇ ਹੋ, ਪ੍ਰਤੀਤ ਕਰਨ ਵਾਲਿਆਂ ਦੇ ਲਈ ਸਭ ਕੁਝ ਹੋ ਸਕਦਾ ਹੈ। ਯੀਸ਼ੂ ਮਸੀਹ ਕਹਿੰਦਾ ਵੀ ਇਦਾਂ ਕਰਨ ਦੀ ਕੋਈ ਕਹਿਣ ਦੀ ਕੋਈ ਲੋੜ ਨਹੀਂ ਵੀ ਤੁਸੀਂ ਕਰ ਸਕਦੇ ਹੋ, ਕਹਿੰਦਾ ਜੇ ਪ੍ਰਤੀਤ ਕਰੋਗੇ ਤਾਂ ਸਭ ਕੁਝ ਹੋ ਜਾਵੇਗਾ। ਉਸੇ ਵੇਲੇ ਉਸ ਬਾਲਕ ਦਾ ਪਿਓ ਉੱਚੀ ਆਵਾਜ਼ ਨਾਲ ਕਹਿਣ ਲੱਗਾ ਮੈਂ ਪ੍ਰਤੀਤ ਕਰਦਾ ਹਾਂ, ਤੁਸੀਂ ਮੇਰੀ ਬੇਪ੍ਰਤੀਤੀ ਦਾ ਉਪਾਅ ਕਰੋ। ਉਹ ਕਹਿੰਦਾ ਮੈਂ ਪ੍ਰਤੀਤ ਕਰਦਾ, ਮੇਰੀ ਬੇਪ੍ਰਤੀਤੀ ਦਾ ਉਪਾਅ ਕਰੋ। ਤਦ ਯੀਸ਼ੂ ਨੇ ਵੇਖਿਆ ਕਿ
ਲੋਕ ਦੌੜ ਕੇ ਇਕੱਠੇ ਹੁੰਦੇ ਜਾਂਦੇ ਹਨ ਤਾਂ ਉਸਨੇ ਪ੍ਰਿਸ਼ਟ ਰੂਹ ਨੂੰ ਝਿੜਕਿਆ ਅਤੇ ਉਸ ਨੂੰ ਕਿਹਾ, ਹੇ ਗੂੰਗੀ ਅਤੇ ਬੋਲੀ ਆਤਮਾ, ਮੈਂ ਤੈਨੂੰ ਹੁਕਮ ਦਿੰਦਾ ਹਾਂ, ਜੋ ਇਸ ਵਿੱਚੋਂ ਨਿਕਲ ਜਾ ਅਤੇ ਫਿਰ ਕਦ ਇਸ ਦੇ ਵਿੱਚ ਨਾ ਆਵੀਂ। ਤੇ ਕੀ ਹੋਇਆ, ਉਹ ਗੂੰਗੀ ਆਤਮਾ ਉਹਦੇ ਵਿੱਚੋਂ ਨਿਕਲ ਗਈ। ਤੁਹਾਨੂੰ ਪਤਾ, ਦੁਸ਼ਟ ਆਤਮੇ, ਚਾਹੇ ਉਹ ਗੂੰਗੇ ਦੁਸ਼ਟ ਆਤਮੇ ਹੋਣ, ਕਿਸੇ ਵੀ ਤਰ੍ਹਾਂ ਦੇ ਦੁਸ਼ਟ ਆਤਮੇ ਹੋਣ, ਜਦੋਂ ਯਿਸੂ ਮਸੀਹ ਦੇ ਨਾਮ 'ਚ ਝਿੜਕਿਆ ਜਾਂਦਾ ਤਾਂ ਉਹ ਨਿਕਲ ਜਾਂਦੇ ਆ, ਕਿਉਂਕਿ ਉਹਨਾਂ ਨੂੰ ਪਤਾ ਵੀ ਯਿਸੂ ਮਸੀਹ ਭਸਮ ਕਰਨ ਵਾਲੀ ਆਗ ਆ। ਠੀਕ ਹੈ ਨਾ, ਉਹਨਾਂ ਨੂੰ ਪਤਾ ਇਸ ਗੱਲ ਦਾ, ਦੁਸ਼ਟ ਆਤਮੇ ਨੂੰ ਪਤਾ ਆ, ਉਹ ਆਗਿਆ ਨੂੰ ਮੰਨਦੇ ਆ। ਇਸ ਕਰਕੇ ਤੁਹਾਨੂੰ ਡਰਨ ਦੀ ਲੋੜ ਨਹੀਂ। ਜਿੰਨੀ ਮਰਜ਼ੀ ਬਿਮਾਰੀ ਵੱਡੀ ਹੋਵੇ, ਜਿੰਨੀ ਮਰਜ਼ੀ ਪੁਰਾਣੀ ਬਿਮਾਰੀ ਹੋਵੇ, ਤੁਸੀਂ ਇਹੀ ਕਹਿਣਾ, ਪ੍ਰਭੂ ਜੀ ਮੈਂ ਤੇਰੇ ਤੇ ਵਿਸ਼ਵਾਸ ਕਰਦੀ ਆ, ਮੇਰੇ ਤੇ ਦਇਆ ਕਰ। ਬਾਕੀ ਕੰਮ ਖੁਦਾ ਦਾ ਆ, ਤੁਹਾਡਾ ਕੰਮ ਨਹੀਂ ਹੈ ਬਾਕੀ ਫਿਰ। ਠੀਕ ਹੈ ਨਾ, ਤੁਹਾਡਾ ਕੰਮ ਸਿਰਫ ਤੇ ਸਿਰਫ ਵਿਸ਼ਵਾਸ ਕਰਨ ਦਾ ਹੈ। ਸਿਰਫ ਵਿਸ਼ਵਾਸ ਕਰੋ ਤੇ ਸਭ ਕੁਝ ਤੁਹਾਨੂੰ ਮਿਲੇਗਾ। ਇਸ ਕਰਕੇ ਬਾਈਬਲ ਗਿਆਨ ਕਰਦੀ, ਵਿਸ਼ਵਾਸੀ ਦੇ ਲਈ ਸਭ ਕੁਝ ਰੱਖਿਆ ਹੋਇਆ। ਜੇ ਤੁਸੀਂ ਵਿਸ਼ਵਾਸ ਕਰਕੇ ਜੋ ਕੁਝ ਵੀ ਮੰਗ ਲਵੋ, ਸਭ ਕੁਝ ਤੁਹਾਡੇ ਲਈ ਹੋ ਜਾਵੇਗਾ। ਤੇ ਉਦਾਂ ਹੀ ਹੁੰਦਾ ਆ। ਇਸ ਕਰਕੇ ਆਪਣੇ ਵਿਸ਼ਵਾਸ ਨੂੰ ਕਦੇ ਡੋਲਣ ਨਹੀਂ ਦੇਣਾ। ਠੀਕ ਹੈ ਨਾ, ਹਮੇਸ਼ਾ ਵਿਸ਼ਵਾਸ ਰੱਖਣਾ ਹੈ, ਕਦੇ ਵੀ ਬੇਪ੍ਰਤੀਤੀ ਨਹੀਂ ਕਰਨੀ। ਕਿੰਨੇ ਵੱਡੇ ਵੱਡੇ ਕੰਮ ਪ੍ਰਭੂ ਨੇ ਕੀਤੇ ਜਦੋਂ ਧਰਤੀ ਤੇ ਆਏ, ਤੇ ਅੱਜ ਵੀ ਉਹ ਇਸੇ ਤਰ੍ਹਾਂ ਕਰ ਰਿਹਾ ਹੈ। ਸਾਨੂੰ ਲੋੜ ਆ ਸਿਰਫ ਤੇ ਸਿਰਫ ਵਿਸ਼ਵਾਸ ਕਰਨ ਦੇ ਲਈ। ਠੀਕ ਹੈ ਨਾ, ਤੇ ਹਮੇਸ਼ਾ ਵਿਸ਼ਵਾਸ ਕਰੋ। ਬਿਮਾਰੀ ਵੱਡੀ ਜਾਂ ਛੋਟੀ ਨਹੀਂ ਹੁੰਦੀ, ਬਿਮਾਰੀ ਕੁਝ ਵੀ ਨਹੀਂ ਆ। ਖੁਦਾ ਦੇ ਅੱਗੇ ਕੋਈ ਛੋਟੀ ਬਿਮਾਰੀ ਨਹੀਂ, ਕੋਈ ਵੱਡੀ ਬਿਮਾਰੀ ਨਹੀਂ ਆ। ਪ੍ਰਭੂ ਕੀ ਕਰਦਾ, ਉਹ ਸਿਰਫ ਤੁਹਾਡੇ ਵਿਸ਼ਵਾਸ ਨੂੰ ਪਰਖਦਾ ਹੈ। ਉਹ ਦੇਖਦਾ ਤੁਸੀਂ ਕਿੰਨਾ ਕੁ ਵਿਸ਼ਵਾਸ ਕਰਦੇ ਹੋ। ਠੀਕ ਹੈ ਨਾ, ਜੇ ਤੁਸੀਂ ਵਿਸ਼ਵਾਸ ਕਰਦੇ ਹੋ, ਸਭ ਕੁਝ ਸੰਭਵ ਤੁਹਾਡੇ ਵਾਸਤੇ ਕਰ ਦੇਵੇਗਾ। ਇਸ ਕਰਕੇ ਕਦੇ ਵੀ ਡਰਨਾ ਘਬਰਾਣਾ ਨਹੀਂ ਆ, ਉਹਦੇ ਵਚਨ ਦੇ ਉੱਪਰ ਵਿਸ਼ਵਾਸ ਕਰਨਾ। ਠੀਕ ਹੈ ਨਾ, ਤੇ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸਭ ਕੁਝ ਹੋ ਜਾਂਦਾ। ਪ੍ਰਭੂ ਯਿਸੂ ਮਸੀਹ ਸਾਰਿਆਂ ਨੂੰ ਬਰਕਤ ਦੇਵੇ। ਆਓ ਪ੍ਰਾਰਥਨਾ ਕਰਦੇ ਹਾਂ। ਹਾਲੇਲੂਇਆ, ਧੰਨਵਾਦ ਪਿਆਰੇ ਪ੍ਰਭੂ ਯਿਸੂ ਮਸੀਹ, ਤੇਰੇ ਨਾਮ ਦੀ ਮਹਿਮਾ ਕਰਦਾ ਪ੍ਰਭੂ ਜੀ। ਖੁਦਾਵੰਦ ਪ੍ਰਭੂ ਜੀ, ਸੱਚਮੁੱਚ ਪ੍ਰਭੂ ਜੀ, ਅੱਜ ਜੋ ਛੋਟਾ ਸੰਦੇਸ਼ ਤੂੰ ਦਿੱਤਾ ਹੈ ਮੇਰੇ ਮਹਾਨ ਪਿਤਾ, ਜਿੰਨੇ ਵੀ ਖੁਦਾਵੰਦ ਇਸ ਸਥਾਨ ਦੇ ਵਿੱਚ ਬਿਮਾਰ ਆਏ ਹਨ ਪ੍ਰਭੂ ਜੀ, ਮੰਨਦੇ ਆਏ ਹਨ ਪ੍ਰਭੂ ਜੀ, ਖੁਦਾਵੰਦ ਪ੍ਰਭੂ ਜੀ, ਚਾਹੇ ਕੋਈ ਦੁਸ਼ਟ ਆਤਮਾ ਦੇ ਨਾਲ ਗ੍ਰਸਤ ਹੈ ਖੁਦਾਵੰਦਾ, ਤੇਰੇ ਨਾਮ ਦੇ ਵਿੱਚ ਪ੍ਰਭੂ ਜੀ, ਅੱਜ ਖੁਦਾਵੰਦ ਪ੍ਰਭੂ ਜੀ ਮੈਂ ਵਿਸ਼ਵਾਸ ਕਰਦਾ ਸਭ ਨਰੋਏ ਕਰ ਦਿੱਤੇ ਗਏ ਹਨ ਪ੍ਰਭੂ ਜੀ। ਤੇ ਮੇਰੇ ਮਹਾਨ ਪਿਤਾ ਜੀ, ਕੋਈ ਵੀ ਪ੍ਰਭੂ ਯਿਸੂ ਮਸੀਹ ਇਸ ਥਾਂ 'ਚ ਖਾਲੀ ਨਹੀਂ ਜਾਵੇਗਾ ਪ੍ਰਭੂ ਜੀ। ਤੇਰਾ ਵਿਸ਼ਵਾਸ ਇਹਨਾਂ ਦੇ ਅੰਦਰ ਜਾਵੇਗਾ ਪ੍ਰਭੂ ਯਿਸੂ ਮਸੀਹ। ਤੇ ਵਿਸ਼ਵਾਸ ਜਦੋਂ ਕਿਸੇ ਦੇ ਅੰਦਰ ਚਲਾ ਜਾਂਦਾ ਹੈ ਤੇ ਸਾਰੀਆਂ ਮਾਨਗੀਆਂ, ਬਿਮਾਰੀਆਂ, ਕਮੀਆਂ, ਘਟੀਆਂ, ਕਮਜ਼ੋਰੀਆਂ ਖਤਮ ਕਰ ਦਿੰਦਾ ਹੈ। ਕਿਉਂਕਿ ਪ੍ਰਭੂ ਜੀ ਵਿਸ਼ਵਾਸ ਤੋਂ ਉੱਪਰ ਕੁਝ ਨਹੀਂ ਹੈ ਪ੍ਰਭੂ ਜੀ। ਜਿਹੜਾ ਮਨੁੱਖ ਵਿਸ਼ਵਾਸ ਕਰਦਾ ਹੈ ਉਸ ਨੂੰ ਸਭ ਕੁਝ ਮਿਲਦਾ ਹੈ ਪ੍ਰਭੂ ਜੀ। ਇਬਰਾਹਿਮ ਨੇ ਤੇਰੇ ਉੱਪਰ ਵਿਸ਼ਵਾਸ ਕੀਤਾ ਤੇ 25 ਸਾਲ ਬਾਅਦ ਪ੍ਰਭੂ ਜੀ ਉਸਦੇ ਪੁੱਤਰ ਹੋਇਆ ਪ੍ਰਭੂ ਜੀ। ਤੇ ਮੇਰੇ ਮਹਾਨ ਪਿਤਾ, ਇਸੇ ਤਰ੍ਹਾਂ ਬਹੁਤ ਲੋਕ ਸੀ। ਸ਼ਮਯੋਨ ਨੇ ਤੇਰੇ ਤੇ ਵਿਸ਼ਵਾਸ ਕੀਤਾ, ਉਹ ਬੁੱਢਾ ਹੋ ਗਿਆ, ਲੇਕਿਨ ਤੂੰ ਕਿਹਾ ਸੀ ਜਿੱਦ ਤੱਕ ਤੂੰ ਮਸੀਹ ਨੂੰ ਨਹੀਂ ਵੇਖੇਗਾ ਮਰੇਗਾ ਨਹੀਂ। ਤੇ ਉਹਨੇ ਤੇਰੇ ਵਚਨ ਤੇ ਵਿਸ਼ਵਾਸ ਕੀਤਾ ਤੇ ਪ੍ਰਭੂ ਜੀ ਉਸੇ ਤਰ੍ਹਾਂ ਹੋ ਗਿਆ। ਯੂਸਫ ਨੇ ਤੇਰੇ ਵਚਨ ਤੇ ਵਿਸ਼ਵਾਸ ਕੀਤਾ ਪ੍ਰਭੂ ਜੀ, ਉਹ 13 ਸਾਲ ਜੇਲ੍ਹ ਦੇ ਵਿੱਚ ਰਿਹਾ, ਲੇਕਿਨ ਇੱਕ ਦਿਨ ਕੀ ਹੋਇਆ ਤਾਂ ਉਹਨੂੰ ਰਾਜ ਮੁਕੁਟ ਪਹਿਨਾ ਕੇ ਦੇਸ਼ ਦਾ ਰਾਜਾ ਬਣਾ ਦਿੱਤਾ ਪ੍ਰਭੂ ਜੀ। ਇਸੇ ਤਰ੍ਹਾਂ ਮੇਰੇ ਮਹਾਨ ਪਿਤਾ, ਜਿਨ੍ਹਾਂ ਲੋਕਾਂ ਨੇ ਵਿਸ਼ਵਾਸ ਕੀਤਾ ਪ੍ਰਭੂ ਜੀ, ਉਹ ਸਭਨਾਂ ਨੂੰ ਪ੍ਰਭੂ ਜੀ ਉਹਨਾਂ ਦੇ ਜੀਵਨਾਂ 'ਚ ਕੰਮ ਕੀਤਾ। ਜਦੋਂ ਸ਼ਰਦਕ, ਮੇਸ਼ਕ, ਅਬਦਨਗੋ ਅੱਗ ਦੀ ਭੱਠੀ ਵਿੱਚ ਗਏ ਖੁਦਾਵੰਦਾ, ਉਹਨਾਂ ਨੂੰ ਵਿਸ਼ਵਾਸ ਸੀਗਾ ਖੁਦਾਵੰਦ ਵੀ ਤੂੰ ਉਹਨਾਂ ਦਾ ਜਿਉਂਦਾ ਖੁਦਾ ਹੈ ਪ੍ਰਭੂ ਜੀ। ਤੇ ਪ੍ਰਭੂ ਜੀ ਉਸੇ ਵਿਸ਼ਵਾਸ ਨੇ ਉਹਨਾਂ ਨੂੰ ਉਸ ਅੱਗ ਦੇ ਵਿੱਚੋਂ ਬਚਾ ਲਿਆ। ਜਦੋਂ ਦਾਨੀਏਲ ਖੁਦਾਵੰਦ ਸ਼ੇਰਾਂ ਦੇ ਘੋਰਨੇ ਵਿੱਚ ਸਿੱਟ ਦਿੱਤਾ ਗਿਆ, ਤੇ ਪ੍ਰਭੂ ਜੀ ਤੂੰ ਉਸ ਸ਼ੇਰਾਂ ਦੇ ਘੋਰਨੇ ਵਿੱਚੋਂ ਵੀ ਉਹਨਾਂ ਨੂੰ ਬਚਾ ਲਿਆ, ਕਿਉਂਕਿ ਉਹ ਇੱਕ ਵਿਸ਼ਵਾਸੀ ਸੀ ਪ੍ਰਭੂ ਜੀ। ਅੱਜ ਵੀ ਮੈਂ ਵਿਸ਼ਵਾਸ ਕਰਦਾ ਖੁਦਾਵੰਦਾ, ਜਿੰਨੇ ਲੋਕ ਤੇਰੇ ਵਚਨ ਤੇ ਵਿਸ਼ਵਾਸ ਕਰਦੇ ਹਨ ਪ੍ਰਭੂ ਜੀ, ਚਾਹੇ ਬਿਮਾਰੀਆਂ ਵੱਡੀਆਂ ਹੋਣ ਤੇ ਚਾਹੇ ਪ੍ਰਭੂ ਜੀ ਡਾਕਟਰਾਂ ਨੇ ਜਵਾਬ ਵੀ ਦੇ ਦਿੱਤਾ ਹੋਵੇ ਪ੍ਰਭੂ ਜੀ, ਤੇ ਮੇਰੇ ਮਹਾਨ ਪਿਤਾ ਉਹ ਚੰਗੇ ਕਰ ਦਿੱਤੇ ਜਾਣਗੇ ਪ੍ਰਭੂ ਜੀ, ਕਿਉਂਕਿ ਤੇਰੇ ਨਾਮ 'ਚ ਇੰਨੀ ਸਾਮਰਥ ਹੈ ਪ੍ਰਭੂ ਜੀ। ਤੇ ਮੈਂ ਵਿਸ਼ਵਾਸ ਕਰਦਾ ਪ੍ਰਭੂ ਜੀ, ਜਿੰਨੇ ਸਥਾਨ 'ਚ ਆਏ ਹੈ ਪ੍ਰਭੂ ਜੀ, ਅੱਜ ਤੇਰੇ ਨਾਮ ਪ੍ਰਭੂ ਯਿਸੂ ਮਸੀਹ ਦੇ ਵਿੱਚ ਸਭ ਆਜ਼ਾਦ ਹੋਏ ਖੁਦਾਵੰਦਾ। ਪ੍ਰਭੂ ਜੀ ਤੂੰ ਦਇਆ ਕਰ, ਕਿਰਪਾ ਕਰ ਪ੍ਰਭੂ ਜੀ, ਆਪਣੇ ਵਚਨ ਦੀ ਸਭਨਾਂ ਨੂੰ ਸਮਝ ਦੇ ਪ੍ਰਭੂ ਜੀ, ਕਿਉਂਕਿ ਮੇਰੇ ਮਹਾਨ ਪਿਤਾ ਤੇਰਾ ਵਚਨ ਦੱਸਦਾ ਹੈ ਨਾ ਧਰਤੀ ਤੇ ਨਾ ਕੋਈ ਆਕਾਸ਼ ਤੇ ਕੋਈ ਦੂਜਾ ਪਰਮੇਸ਼ਵਰ ਹੈ, ਲੇਕਿਨ ਇੱਕੋ ਹੀ ਪਰਮੇਸ਼ਵਰ ਹੈ ਜਿਹਦਾ ਨਾਮ ਅਨੰਤ ਕਾਲ ਦਾ ਪਿਤਾ ਅਤੇ ਸ਼ਾਂਤੀ ਦਾ ਰਾਜਕੁਮਾਰ ਹੈ। ਤੇ ਸ਼ਾਂਤੀ ਦੇ ਰਾਜਕੁਮਾਰ ਇਹਨਾਂ ਸਭਨਾਂ ਨੂੰ ਆਪਣੀ ਸ਼ਾਂਤੀ ਤੇ ਦਇਆ ਦੇ ਨਾਲ ਭਰਦੇ ਪ੍ਰਭੂ ਜੀ। ਪ੍ਰਭੂ ਜੀ ਇਹਨਾਂ ਦੇ ਉੱਪਰ ਅਨੁਗ੍ਰਹਿ ਕਰ, ਆਪਣੇ ਮਸੇ ਨਾਲ ਭਰਦੇ, ਆਪਣੀ ਅਨੋਇੰਟਿੰਗ ਦੇ ਨਾਲ ਭਰਦੇ ਇਹਨਾਂ ਨੂੰ। ਤੇਰੇ ਨਾਮ ਪ੍ਰਭੂ ਯਿਸੂ ਮਸੀਹ ਦੇ ਵਿੱਚ ਮੰਗਦੇ ਹਾਂ, ਆਮੀਨ। ਹਾਲੇਲੂਇਆ।